ਅਸੀਂ ਉਹਨਾਂ ਦੇ ਇਦਾਂ ਦੀਆਂ ਗੱਲਾਂ ਕਹਿਣ ਨਾਲ ਨਹੀਂ ਰਸਤੋਂ ਮਸ ਹੁੰਦੇ। ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਾਡੀ ਮੁੱਢਲੀ ਤੌਰ ਤੇ ਬੁਨਿਆਦੀ ਪਾਲਿਸੀ ਹੈ ਤੇ ਸਰਕਾਰ ਨੇ ਜੋ ਕਹਿਣਾ ਜੋ ਕਹੇ, ਪਰ ਉੱਠਾਂਗੇ ਉਦੋਂ ਜਦੋਂ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਗੇ, ਮੰਗਾਂ ਮੰਨ ਲੈਣਗੇ। ਜਿਸ ਤਰ੍ਹਾਂ ਬੰਗਾਲ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੋਰਚੇ ਲਾਏ ਹੋਏ ਸੀ, ਕਿ ਅੱਗੇ ਵੀ ਹੁਣ ਕਿਉਂਕਿ ਇਲੈਕਸ਼ਨ ਤਾਂ ਲਗਾਤਾਰ ਚੱਲ ਰਹੇ ਹਨ, ਮੋਰਚੇ ਚੱਲ ਰਹੇ ਨੇ, ਉਹ ਅੱਗੇ ਜਦੋਂ ਕਰਾਂਗੇ ਫੇਰ ਫੈਸਲਾ ਹੋਏਗਾ, ਤੁਹਾਨੂੰ ਦੱਸ ਦੇਵਾਂਗੇ। ਨਹੀਂ, ਹਾਲੇ ਉਹਦੇ ਫੈਸਲਾ ਕੋਈ ਨਹੀਂ ਹੋਇਆ। ਇਹ ਤਾਂ ਕਿਉਂਕਿ ਅਸੀਂ ਕੋਈ ਪੋਲੀਟੀਕਲ ਪਾਰਟੀ ਤਾਂ ਹਾਂ ਨਹੀਂ, ਅਸੀਂ ਉੱਥੇ ਕਿਸੇ ਇੱਕ ਪਾਰਟੀ ਦੀ ਸਪੋਰਟ ਕਰਨੀ ਗਏ ਹੋਏ। ਅਸੀਂ ਕਿਹਾ ਵੀ ਬੀਜੇਪੀ ਨੂੰ ਵੋਟ ਨਾ ਦਿਓ ਤਾਂ ਕਿ ਇਹਨਾਂ ਨੂੰ ਥੋੜੀ ਅਕਲ ਆ ਜਾਏ। ਜਿਹੜੇ ਫੇਸ ਦੇ ਵਿੱਚ ਵੋਟਾਂ ਹਲੇ ਪੈਂਡਿੰਗ ਨੇ, ਉਸ ਫੇਸ 'ਤੇ ਜਾ ਕੇ ਵੀ ਇਹ ਅਪੀਲ ਕੀਤੀ ਜਾਏਗੀ। ਜਿੱਥੇ ਵੀ ਹੋ ਰਹੀਆਂ ਚੋਣਾਂ ਉੱਥੇ ਅਪੀਲ ਕਰ ਰਹੇ, ਜਾ ਕੇ ਬੰਦੇ ਜਾ ਰਹੇ ਨੇ ਸਾਰੇ। ਸਰਕਾਰ ਵੱਲੋਂ ਜਿਹੜਾ ਤੁਹਾਡੇ ਲਈ ਸਿੱਧੇ ਢੰਗ ਨਾਲ ਕਿਸਾਨਾਂ ਦੇ ਦਬਾਅ ਲਾਇਆ ਜਾ ਰਿਹਾ, FCI ਦਾ ਜਿਹੜਾ ਉਹਨਾਂ ਨੇ ਨਿਰਦੇਸ਼ ਸਿਫਾਰਿਸ਼ਾਂ ਕੀਤੀਆਂ ਨੇ ਨਿਯਮਾਂ 'ਚ ਬਦਲਾਅ ਦੀਆਂ, ਤੇ ਹੁਣ ਜਿਹੜੇ ਸਿੱਧੀ ਅਦਾਇਗੀ ਨੂੰ ਲੈ ਕੇ ਆਵਾਜ਼ ਕਲੀਅਰ ਨਹੀਂ ਹੋ ਰਹੀ। ਜਿਹੜਾ ਫੈਸਲਾ ਲਿਆ ਗਿਆ ਜੀ FCI ਦਾ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਨੇ ਵੀ ਮੀਟਿੰਗਾਂ ਕਰ ਲਈ ਪਰ ਹੱਲ ਨਹੀਂ ਨਿਕਲ ਰਿਹਾ। ਅਸਲੀਅਤ ਇਹ ਹੈ ਵੀ ਸਰਕਾਰ ਪ੍ਰੋਕਿਉਰਮੈਂਟ ਤੋਂ ਭੱਜਣਾ ਚਾਹੁੰਦੀ ਹੈ। ਸਾਰਾ ਖੇਤੀ ਸੈਕਟਰ ਨੂੰ ਉਹ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਹ ਜਿੰਨੇ ਉਹ ਫੈਸਲੇ ਕਰ ਰਹੇ ਉਹਦੀ ਘੁੰਮਾ ਕੇ ਕੜੀ ਉੱਥੇ ਜਾ ਕੇ ਜੁੜਦੀ ਹੈ। ਕਦੇ ਉਹ ਸਪੈਸੀਫਿਕੇਸ਼ਨਾਂ ਟਾਈਟ ਕਰਨ ਦੀ ਗੱਲ ਕਰਦੇ ਆ, ਕਦੇ ਉਹ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਦੀ ਮੰਗ ਕਰਦੇ ਆ। ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਸਿਰਫ ਇਸ ਲਈ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਜਿਹੜਾ ਮੌਜੂਦਾ ਸਿਸਟਮ ਹੈ ਇਹਨੂੰ ਤੋੜ ਸਕਣ ਔਰ ਇਹਨੂੰ ਕਾਰਪੋਰੇਟਸ ਦੇ ਹਵਾਲੇ ਕਰ ਸਕਣ। ਸਰ ਕਹਿੰਦੇ ਆ ਕਿ ਜਿਹੜਾ ਨਰਿੰਦਰ ਮੋਦੀ ਹੈ ਪਾੜ ਪਾਉਣ ਦੀ ਨੀਤੀ ਕਰਦਾ ਹੈਗਾ, ਪਾੜ ਪਾਉ ਤੇ ਰਾਜ ਕਰੂ ਦੀ ਨੀਤੀ ਤੇ ਅਪਣਾਉਂਦਾ ਹੈਗਾ। ਔਰ ਜਿਸ ਤਰ੍ਹਾਂ ਇਹ ਫੈਸਲਾ ਲਿਆ ਗਿਆ, ਲੱਗ ਰਿਹਾ ਹੈ ਕਿਤੇ ਵੀ ਆੜਤੀਆਂ ਔਰ ਕਿਸਾਨਾਂ ਦੇ ਵਿੱਚ ਇੱਕ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ, ਉਹ ਕਾਮਯਾਬ ਨਹੀਂ ਹੋਏਗਾ ਕਿਉਂਕਿ ਸਾਨੂੰ ਪਤਾ ਵੀ ਸਾਡੀ ਇੰਪੋਰਟੈਂਟ ਕੜੀ ਹੈ ਜਿਹੜਾ ਇਹ ਮਾਰਕੀਟਿੰਗ ਸਿਸਟਮ ਹੈ। ਪੰਜਾਬ ਔਰ ਹਰਿਆਣੇ ਦਾ ਜਿਹੜਾ ਮਾਰਕੀਟਿੰਗ ਸਿਸਟਮ ਹੈ ਦੁਨੀਆ ਦਾ ਬਿਹਤਰੀਨ ਮਾਰਕੀਟਿੰਗ ਸਿਸਟਮ ਹੈ। ਸਾਡੀ ਤਾਂ ਮੰਗ ਇਹ ਆ ਵੀ ਦੇਸ਼ ਵਿੱਚ 48,000 ਮੰਡੀਆਂ ਹੋਰ ਖੋਲ੍ਹੋ ਔਰ ਇਸੇ ਤਰ੍ਹਾਂ ਦਾ ਸਿਸਟਮ ਬਣਾਓ ਤਾਂ ਕਿ ਹਰ ਇੱਕ ਜਗ੍ਹਾ MSP ਦਾ ਲਾਭ ਲੋਕਾਂ ਨੂੰ ਮਿਲ ਸਕੇ। ਕੁਝ ਕਿਸਾਨ ਆਗੂ ਇਸ ਤਰ੍ਹਾਂ ਦੇ ਜੀ ਬਿਆਨ ਆ ਰਹੇ ਸੀ ਕਿ ਜਿਹੜਾ ਇਹ ਫੈਸਲਾ ਸਹੀ ਹੈ ਪਰ ਗਲਤ ਸਮੇਂ ਤੇ ਲਿਆ ਗਿਆ ਹੈ। ਨਹੀਂ, ਮੈਂ ਨਹੀਂ ਕਹਿ ਸਕਦਾ ਕੀ ਉਹਨਾਂ ਨੇ ਕਿਹਾ। ਬੇਸਿਕਲੀ ਅਸੀਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ, ਕਾਨੂੰਨਾਂ ਨਾਲ ਲਿੰਕ ਕਰਦੇ ਨੇ, ਇਸ ਕਰਕੇ ਅਸੀਂ ਉਹਨਾਂ ਦੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਦੇ ਹਾਂ। ਗਲਤ ਹੈ ਜੀ, ਨਿੱਜੀ ਰਾਏ ਨਹੀਂ। ਇਹ ਸਾਰਾ ਮੰਡੀ ਤੋੜਨ ਦੀ ਪ੍ਰਕਿਰਿਆ ਹੈ। ਨਹੀਂ ਕੋਈ ਕੀ ਮੈਨੂੰ ਦੱਸੋ ਲਾਭ ਕੀ ਹੋਏਗਾ ਉਹਦੇ ਨਾਲ? ਸਿਰਫ ਇਹੀ ਹੈ ਵੀ ਆੜਤੀ ਨੂੰ ਭਜਾ ਦਿਓ ਤਾਂ ਕਿ ਫਿਰ ਕਾਰਪੋਰੇਟ ਆ ਜਾਣ। ਇਸ ਵਾਸਤੇ ਨਹੀਂ, ਉਹ ਕਿਸੇ ਦੀ ਹੋ ਸਕਦੀ ਹੈ ਆਪਣੀ ਰਾਏ, ਪਰ ਸਾਡੀ ਰਾਏ ਨਹੀਂ ਹੈ। ਅਸੀਂ ਸ਼ੁਰੂ ਤੋਂ ਇਹਦੇ ਵਿਰੋਧ ਕਰਦੇ ਹਾਂ, ਬਿਲਕੁਲ ਬੜੇ ਪੱਕੇ ਤੌਰ ਤੇ। ਸੰਸਦ ਮਾਰਚ ਨੂੰ ਲੈ ਕੇ ਕੁਝ ਅੱਗੇ ਉਹ ਜਿਹੜਾ ਹੋਇਆ ਨਹੀਂ, ਉਹ ਹਾਲੇ ਕੋਈ ਡੇਟ ਨਹੀਂ ਤੈਅ ਹੋਈ। ਇਹੀ ਤੈਅ ਹੋਇਆ ਵੀ ਮਾਰਚ ਕਰਨਾ ਹੈ, ਕਦੋਂ ਕਰਨਾ ਹੈ ਉਹਦੇ ਲਈ ਜਿਹੜਾ ਹੈਗਾ ਮੋਡੈਲਿਟੀ ਸਾਰੀਆਂ ਤੈਅ ਕਰਕੇ ਫਿਰ ਉਹ ਐਲਾਨ ਕਰਦੇ ਹਾਂ। 17 ਅਪ੍ਰੈਲ ਦੀ ਜਿਹੜੀ ਮੀਟਿੰਗ ਉਸ ਦੇ ਵਿੱਚ ਫੈਸਲਾ ਹੋ ਸਕਦਾ ਹੈ ਮਈ ਦੇ। ਨਹੀਂ, ਇਹ ਅਸੀਂ ਡਿਸਕਸ ਕਰ ਰਹੇ ਹਾਂ। ਸਾਡਾ ਕੰਮ ਹੈ, ਅਸੀਂ ਜੋ ਅਸੀਂ ਕਰੀ ਜਾਂਦੇ ਹਾਂ, ਅਸੀਂ ਤੁਹਾਨੂੰ ਤੁਹਾਡੇ ਰਾਹੀਂ ਉਹ ਲੋਕਾਂ ਕੋਲ ਪਹੁੰਚਾਉਣਾ। ਅਸੀਂ ਤੁਹਾਨੂੰ ਦੱਸਾਂਗੇ ਜਦੋਂ ਹੋ ਗਿਆ ਫੈਸਲਾ। ਹੋਰ ਦੱਸੋ। ਸੋ ਰੂਟ ਪਲਾਨ ਜਿਸ ਤਰ੍ਹਾਂ ਜੀ 26 ਜਨਵਰੀ ਦੀ ਗੱਲ ਕਰੀਏ ਤਾਂ ਰੂਟ ਪਲਾਨ 2-3 ਦਿਨ ਪਹਿਲਾਂ ਆਇਆ, ਉਹਦੇ ਕਰਕੇ ਕੁਝ ਨੁਕਸਾਨ ਹੋਇਆ। ਨਹੀਂ, ਕੋਈ ਨਹੀਂ, ਉਹ ਚੀਜ਼ ਦਾ ਖਿਆਲ ਜ਼ਰੂਰ ਰੱਖਿਆ ਜਾਏਗਾ ਕਿ ਰੂਟ ਪਲਾਨ ਪਹਿਲਾਂ ਦੱਸ ਦਿੱਤਾ ਜਾਵੇ। ਜੋ ਪਿੱਛੇ ਗਲਤੀਆਂ ਹੋ ਗਈਆਂ ਉਹ ਸਾਰਾ ਦਾ ਧਿਆਨ ਰੱਖਿਆ ਜਾਏਗਾ ਔਰ ਸਾਰਾ ਬੜਾ ਕੁਝ ਡਿਸਕਸ ਕਰ ਰਹੇ ਹਾਂ। ਅਸੀਂ ਮੋਡੈਲਿਟੀਜ਼ ਡਿਸਕਸ ਕਰ ਰਹੇ ਹਾਂ। ਜੋ ਕੁਝ ਕਰਾਂਗੇ ਉਹ ਤੁਹਾਨੂੰ ਬਾਅਦ ਚ ਐਲਾਨ ਕਰ ਦੇਵਾਂਗੇ। ਅੱਜ ਦਾ ਜਿਹੜਾ ਰੋਡ ਜਾਮ ਕੀਤਾ ਗਿਆ ਇਹਨੂੰ ਲੈ ਕੇ ਜਿਹੜੀ ਐਂਬੂਲੈਂਸ ਜਾਂ ਕੋਈ ਵੀ ਜਿਹੜੀਆਂ ਜ਼ਰੂਰੀ ਸੇਵਾਵਾਂ ਨਹੀਂ, ਉਹਨੂੰ ਕੋਈ ਪਾਬੰਦੀ ਨਹੀਂ। ਐਂਬੂਲੈਂਸ ਵਗੈਰਾ ਜਾਣਗੀਆਂ, ਉਹਨਾਂ ਨੂੰ ਉਹਦੇ ਤੇ ਕੋਈ ਪਾਬੰਦੀ ਨਹੀਂ। ਅੱਜ ਲੱਖਾ ਸਦਾਨਾ ਕਿਹਾ ਜਾ ਰਿਹਾ ਸੀਗਾ ਕਿ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ, ਲੱਖੇ ਦੀ ਵਾਪਸੀ ਸੰਯੁਕਤ ਫੈਸਲਾ ਹੋ ਚੁੱਕਿਆ ਹੈ। ਇੱਕ ਮੈਨੂੰ ਦੱਸਿਓ, ਇਹ ਵਗਦਾ ਦਰਿਆ ਹੈ। ਵਗਦੇ ਦਰਿਆ 'ਚ ਕੋਈ ਇਧਰੋਂ ਆ ਕੇ ਡਿੱਗ ਪੈਂਦਾ ਵਿੱਚ ਪਾਣੀ 'ਚ, ਮੈਂ ਡੁਬਕੀ ਲਾ ਲਾ, ਕਹਿੰਦਾ ਮੈਂ ਡੁਬਕੀ ਲਾ ਲਾ, ਜਿਹੜਾ ਮਰਜੀ। ਨਹੀਂ ਪੋਸੀਬਲ ਨਹੀਂ। ਨਹੀਂ ਪੋਸੀਬਲ। ਧੰਨਵਾਦ। ਕਹਿੰਦੀ ਰਹੀ ਹੈ ਹਰ ਅੰਦੋਲਨ ਨੂੰ ਕੁਛ ਨਾ ਕੁਛ ਕਹਿ ਕੇ ਆਨੇ ਬਹਾਨੇ ਸਾਨੂੰ ਖਾਲਿਸਤਾਨੀ ਵੀ ਕਿਹਾ ਗਿਆ। ਸਾਡੇ ਲਈ ਬੜੇ ਸਾਡੇ ਤੇ ਤੰਜ਼ ਕਸੇ ਗਏ, ਪਰ ਇਹ ਅੰਦੋਲਨ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਗਿਆ। ਅਸੀਂ ਉਹਨਾਂ ਦੇ ਇਦਾਂ ਦੀਆਂ ਗੱਲਾਂ ਕਹਿਣ ਨਾਲ ਨਹੀਂ ਰਸਤੋਂ ਮਸ ਹੁੰਦੇ। ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ।
ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਾਡੀ ਮੁੱਢਲੀ ਤੌਰ ਤੇ ਬੁਨਿਆਦੀ ਪਾਲਿਸੀ ਹੈ ਤੇ ਸਰਕਾਰ ਨੇ ਜੋ ਕਹਿਣਾ ਜੋ ਕਹੇ, ਪਰ ਉੱਠਾਂਗੇ ਉਦੋਂ ਜਦੋਂ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਗੇ, ਮੰਗਾਂ ਮੰਨ ਲੈਣਗੇ। ਜਿਸ ਤਰ੍ਹਾਂ ਬੰਗਾਲ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੋਰਚੇ ਲਾਏ ਹੋਏ ਸੀ, ਕਿ ਅੱਗੇ ਵੀ ਹੁਣ ਕਿਉਂਕਿ ਇਲੈਕਸ਼ਨ ਤਾਂ ਲਗਾਤਾਰ ਚੱਲ ਰਹੇ ਹਨ, ਮੋਰਚੇ ਚੱਲ ਰਹੇ ਨੇ, ਉਹ ਅੱਗੇ ਜਦੋਂ ਕਰਾਂਗੇ ਫੇਰ ਫੈਸਲਾ ਹੋਏਗਾ, ਤੁਹਾਨੂੰ ਦੱਸ ਇਲੈਕਸ਼ਨ ਦੇਵਾਂਗੇ। ਜਿਹੜੇ ਹੁਣ ਨਹੀਂ, ਹਾਲੇ ਉਹਦੇ ਫੈਸਲਾ ਕੋਈ ਨਹੀਂ ਹੋਇਆ। ਇਹ ਤਾਂ ਕਿਉਂਕਿ ਅਸੀਂ ਕੋਈ ਪੋਲੀਟੀਕਲ ਪਾਰਟੀ ਤਾਂ ਹਾਂ ਨਹੀਂ, ਅਸੀਂ ਉੱਥੇ ਕਿਸੇ ਇੱਕ ਪਾਰਟੀ ਦੀ ਸਪੋਰਟ ਕਰਨੀ ਗਏ ਹੋਏ। ਅਸੀਂ ਕਿਹਾ ਵੀ ਬੀਜੇਪੀ ਨੂੰ ਵੋਟ ਨਾ ਦਿਓ ਤਾਂ ਕਿ ਇਹਨਾਂ ਨੂੰ ਥੋੜੀ ਅਕਲ ਆ ਜਾਏ। ਜਿਹੜੇ ਫੇਸ ਦੇ ਵਿੱਚ ਵੋਟਾਂ ਹਲੇ ਪੈਂਡਿੰਗ ਨੇ, ਉਸ ਫੇਸ 'ਚ ਜਾ ਕੇ ਵੀ ਇਹ ਅਪੀਲ ਕੀਤੀ ਜਾਏਗੀ। ਜਿੱਥੇ ਵੀ ਹੋ ਰਹੀਆਂ ਚੋਣਾਂ ਉੱਥੇ ਅਪੀਲ ਕਰ ਰਹੇ, ਜਾ ਕੇ ਬੰਦੇ ਜਾ ਰਹੇ ਨੇ ਸਾਰੇ। ਸਰਕਾਰ ਵੱਲੋਂ ਜਿਹੜਾ ਤੁਹਾਡੇ ਲਈ ਸਿੱਧੇ ਢੰਗ ਨਾਲ ਕਿਸਾਨਾਂ ਦੇ ਦਬਾਅ ਪਾਇਆ ਜਾ ਰਿਹਾ, ਐਫਸੀਆਈ ਦਾ ਜਿਹੜਾ ਉਹਨਾਂ ਨੇ ਨਿਰਦੇਸ਼ ਸਿਫਾਰਿਸ਼ਾਂ ਕੀਤੀਆਂ ਨੇ ਨਿਯਮਾਂ 'ਚ ਬਦਲਾਅ ਦੀਆਂ, ਤੇ ਹੋਰ ਜਿਹੜੇ ਸਿੱਧੀ ਅਦਾਇਗੀ ਨੂੰ ਲੈ ਕੇ ਆਵਾਜ਼ ਕਲੀਅਰ ਨਹੀਂ ਅਦਾਇਗੀ ਦਾ ਜਿਹੜਾ ਫੈਸਲਾ ਲਿਆ ਗਿਆ ਜੀ ਐਫਸੀਆਈ ਦਾ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਨੇ ਵੀ ਮੀਟਿੰਗਾਂ ਕਰ ਲਈਆਂ ਪਰ ਹੱਲ ਨਹੀਂ ਨਿਕਲ ਰਿਹਾ। ਅਸਲੀਅਤ ਇਹ ਹੈ ਵੀ ਸਰਕਾਰ ਪ੍ਰੋਕਿਉਰਮੈਂਟ ਤੋਂ ਭੱਜਣਾ ਚਾਹੁੰਦੀ ਹੈ। ਸਾਰਾ ਖੇਤੀ ਸੈਕਟਰ ਨੂੰ ਉਹ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਹ ਜਿੰਨੇ ਉਹ ਫੈਸਲੇ ਕਰ ਰਹੇ ਉਹਦੀ ਘੁੰਮਾ ਕੇ ਕੜੀ ਉੱਥੇ ਹੀ ਜਾ ਕੇ ਜੁੜਦੀ ਹੈ। ਕਦੇ ਉਹ ਸਪੈਸੀਫਿਕੇਸ਼ਨਾਂ ਟਾਈਟ ਕਰਨ ਦੀ ਗੱਲ ਕਰਦੇ ਆ, ਕਦੇ ਉਹ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਦੀ ਮੰਗ ਕਰਦੇ ਆ। ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਸਿਰਫ ਇਸ ਲਈ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਜਿਹੜਾ ਮੌਜੂਦਾ ਸਿਸਟਮ ਇਹਨੂੰ ਤੋੜ ਸਕਣ ਔਰ ਇਹਨੂੰ ਕਾਰਪੋਰੇਟਸ ਦੇ ਹਵਾਲੇ ਕਰ ਸਕਣ। ਸਰ ਕਹਿੰਦੇ ਆ ਕਿ ਜਿਹੜਾ ਨਰਿੰਦਰ ਮੋਦੀ ਹੈ ਪਾੜ ਪਾਉਣ ਦੀ ਨੀਤੀ ਕਰਦਾ ਹੈਗਾ, ਪਾੜ ਪਾਉ ਤੇ ਰਾਜ ਕਰੂ ਦੀ ਨੀਤੀ ਤੇ ਅਪਣਾਉਂਦਾ ਹੈਗਾ। ਔਰ ਜਿਸ ਤਰ੍ਹਾਂ ਇਹ ਫੈਸਲਾ ਲਿਆ ਗਿਆ, ਲੱਗ ਰਿਹਾ ਨੇ ਕਿਤੇ ਕਿਤੇ ਵੀ ਆੜਤੀਆਂ ਔਰ ਕਿਸਾਨਾਂ ਦੇ ਵਿੱਚ ਇੱਕ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ, ਉਹ ਕਾਮਯਾਬ ਨਹੀਂ ਹੋਏਗਾ ਕਿਉਂਕਿ ਸਾਨੂੰ ਪਤਾ ਵੀ ਸਾਡੀ ਇੰਪੋਰਟੈਂਟ ਕੜੀ ਹੈ ਜਿਹੜਾ ਇਹ ਮਾਰਕੀਟਿੰਗ ਸਿਸਟਮ ਹੈ। ਪੰਜਾਬ ਔਰ ਹਰਿਆਣੇ ਦਾ ਜਿਹੜਾ ਮਾਰਕੀਟਿੰਗ ਸਿਸਟਮ ਹੈ ਦੁਨੀਆ ਦਾ ਬਿਹਤਰੀਨ ਮਾਰਕੀਟਿੰਗ ਸਿਸਟਮ ਹੈ। ਸਾਡੀ ਤਾਂ ਮੰਗ ਇਹ ਹੈ ਵੀ ਦੇਸ਼ ਵਿੱਚ 48,000 ਮੰਡੀਆਂ ਹੋਰ ਖੋਲੋ ਔਰ ਇਸੇ ਤਰ੍ਹਾਂ ਦਾ ਸਿਸਟਮ ਬਣਾਓ ਤਾਂ ਕਿ ਹਰ ਇੱਕ ਜਗ੍ਹਾ ਐਮਐਸਪੀ ਦਾ ਲਾਭ ਲੋਕਾਂ ਨੂੰ ਮਿਲ ਸਕੇ। ਕੁਝ ਕਿਸਾਨ ਆਗੂ ਇਸ ਤਰ੍ਹਾਂ ਦੇ ਜੀ ਬਿਆਨ ਆ ਰਹੇ ਸੀ ਕਿ ਜਿਹੜਾ ਇਹ ਫੈਸਲਾ ਸਹੀ ਹੈ ਪਰ ਗਲਤ ਸਮੇਂ ਤੇ ਲਿਆ ਗਿਆ ਹੈ। ਨਹੀਂ, ਮੈਂ ਨਹੀਂ ਕਹਿ ਸਕਦਾ ਕੀ ਉਹਨਾਂ ਨੇ ਕਿਹਾ। ਬੇਸਿਕਲੀ ਅਸੀਂ ਕਾਨੂੰਨਾਂ ਦਾ ਵਿਰੋਧ ਕਰਦੇ, ਕਾਨੂੰਨਾਂ ਨਾਲ ਲਿੰਕ ਕਰਦੇ ਨੇ, ਇਸ ਕਰਕੇ ਅਸੀਂ ਉਹਨਾਂ ਦੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਦੇ ਹਾਂ। ਗਲਤ ਹੈ ਜੀ, ਨਿੱਜੀ ਰਾਏ ਨਹੀਂ, ਇਹ ਸਾਰਾ ਮੰਡੀ ਤੋੜਨ ਦੀ ਪ੍ਰਕਿਰਿਆ ਹੈ। ਨਹੀਂ ਕੋਈ ਕੀ ਮੈਨੂੰ ਦੱਸੋ ਲਾਭ ਕੀ ਹੋਏਗਾ ਉਹਦੇ ਨਾਲ? ਸਿਰਫ ਇਹੀ ਹੈ ਵੀ ਆੜਤੀ ਨੂੰ ਭਜਾ ਦਿਓ ਤਾਂ ਕਿ ਫਿਰ ਕਾਰਪੋਰੇਟ ਆ ਜਾਣ। ਇਸ ਵਾਸਤੇ ਨਹੀਂ, ਉਹ ਕਿਸੇ ਦੀ ਹੋ ਸਕਦੀ ਹੈ ਆਪਣੀ ਰਾਏ, ਪਰ ਸਾਡੀ ਰਾਏ ਨਹੀਂ ਹੈ। ਅਸੀਂ ਸ਼ੁਰੂ ਤੋਂ ਇਹਦੇ ਵਿਰੋਧ ਕਰਦੇ ਹਾਂ, ਬਿਲਕੁਲ ਬੜੇ ਪੱਕੇ ਤੌਰ ਤੇ। ਸੰਸਦ ਮਾਰਚ ਨੂੰ ਲੈ ਕੇ ਕੁਝ ਅੱਗੇ ਉਹ ਜਿਹੜਾ ਹੋਇਆ ਨਹੀਂ, ਉਹ ਹਾਲੇ ਕੋਈ ਡੇਟ ਨਹੀਂ ਤੈਅ ਹੋਈ। ਇਹੀ ਤੈਅ ਹੋਇਆ ਵੀ ਮਾਰਚ ਕਰਨਾ, ਕਦੋਂ ਕਰਨਾ ਉਹਦੇ ਲਈ ਜਿਹੜਾ ਹੈਗਾ ਮੋਡੈਲਿਟੀ ਸਾਰੀਆਂ ਤੈਅ ਕਰਕੇ ਫਿਰ ਉਹ ਐਲਾਨ ਕਰਦੇ ਹਾਂ। ਜੀ 17 ਅਪ੍ਰੈਲ ਦੀ ਜਿਹੜੀ ਮੀਟਿੰਗ ਉਸ ਦੇ ਵਿੱਚ ਫੈਸਲਾ ਹੋ ਸਕਦਾ ਹੈ ਮਈ ਦੇ। ਨਹੀਂ, ਇਹ ਅਸੀਂ ਡਿਸਕਸ ਕਰ ਰਹੇ ਹਾਂ, ਸਾਡਾ ਕੰਮ ਹੈ। ਜੋ ਅਸੀਂ ਕਰੀ ਜਾਂਦੇ ਹਾਂ, ਅਸੀਂ ਤੁਹਾਨੂੰ ਤੁਹਾਡੇ ਰਾਹੀਂ ਉਹ ਲੋਕਾਂ ਨੂੰ ਕਹਣਾ, ਅਸੀਂ ਤੁਹਾਨੂੰ ਦੱਸਾਂਗੇ ਜਦੋਂ ਹੋ ਗਿਆ ਫੈਸਲਾ। ਹੋਰ ਦੱਸੋ। ਸੋ ਰੂਟ ਪਲਾਨ ਜਿਸ ਤਰ੍ਹਾਂ ਜੀ 26 ਜਨਵਰੀ ਦੀ ਗੱਲ ਕਰੀਏ ਤਾਂ ਰੂਟ ਪਲਾਨ 2-3 ਦਿਨ ਪਹਿਲਾਂ ਆਇਆ, ਉਹਦੇ ਕਰਕੇ ਕੁਝ ਨੁਕਸਾਨ ਹੋਇਆ। ਨਹੀਂ, ਕੋਈ ਇਸ ਵਾਰ ਉਹ ਚੀਜ਼ ਦਾ ਖਿਆਲ ਜ਼ਰੂਰ ਰੱਖਿਆ ਜਾਏਗਾ ਕਿ ਰੂਟ ਪਲਾਨ ਪਹਿਲਾਂ ਦੱਸ ਦਿੱਤਾ ਜਾਵੇ। ਜੋ ਪਿੱਛੇ ਗਲਤੀਆਂ ਹੋ ਗਈਆਂ ਸਾਰਾ ਦਾ ਧਿਆਨ ਰੱਖਿਆ ਜਾਏਗਾ ਔਰ ਸਾਰਾ ਬੜਾ ਕੁਝ ਡਿਸਕਸ ਕਰ ਰਹੇ ਹਾਂ। ਅਸੀਂ ਮੋਡੈਲਿਟੀਜ਼ ਡਿਸਕਸ ਕਰ ਰਹੇ ਹਾਂ, ਜੋ ਕੁਝ ਕਰਾਂਗੇ ਉਹ ਤੁਹਾਨੂੰ ਬਾਅਦ ਚ ਐਲਾਨ ਕਰ ਦੇਵਾਂਗੇ। ਅੱਜ ਦਾ ਜਿਹੜਾ ਰੋਡ ਜਾਮ ਕੀਤਾ ਗਿਆ ਇਹਨੂੰ ਲੈ ਕੇ ਜਿਹੜੀ ਐਂਬੂਲੈਂਸ ਜਾਂ ਕੋਈ ਵੀ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਉਹਨਾਂ ਦੀ ਰਸਤਾ ਨਹੀਂ, ਉਹਨੂੰ ਕੋਈ ਪਾਬੰਦੀ ਨਹੀਂ। ਐਂਬੂਲੈਂਸ ਵਗੈਰਾ ਜਾਣਗੀਆਂ, ਉਹਨਾਂ ਨੂੰ ਉਹਦੇ ਤੇ ਕੋਈ ਪਾਬੰਦੀ ਨਹੀਂ। ਅੱਜ ਲੱਖਾ ਸਦਾਨਾ ਕਿਹਾ ਜਾ ਰਿਹਾ ਸੀ ਕਿ ਇਹ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ। ਲੱਖੇ ਦੀ ਵਾਪਸੀ ਸੰਯੁਕਤ ਫੈਸਲਾ ਹੋ ਚੁੱਕਿਆ ਹੈ। ਇੱਕ ਮੈਨੂੰ ਦੱਸਿਓ, ਇਹ ਵਗਦਾ ਦਰਿਆ ਹੈ, ਵਗਦੇ ਦਰਿਆ 'ਚ ਕੋਈ ਇਧਰੋਂ ਆ ਕੇ ਡਿੱਗ ਪੈਂਦਾ ਵਿੱਚ ਪਾਣੀ 'ਚ, ਮੈਂ ਡੁਬਕੀ ਲਾ ਲਾ, ਕਹਿੰਦਾ ਮੈਂ ਡੁਬਕੀ ਲਾ ਲਾ, ਜਿਹੜਾ ਮਰਜੀ। ਨਹੀਂ ਪੋਸੀਬਲ ਨਹੀਂ ਪੋਸੀਬਲ ਜੀ। ਧੰਨਵਾਦ। ਕਹਿੰਦੀ ਰਹੀ ਹੈ ਹਰ ਅੰਦੋਲਨ ਨੂੰ ਕੁਛ ਨਾ ਕੁਛ ਕਹਿ ਕੇ ਆਨੇ ਬਹਾਨੇ ਸਾਨੂੰ ਖਾਲਿਸਤਾਨੀ ਵੀ ਕਿਹਾ ਗਿਆ। ਸਾਡੇ ਲਈ ਬੜੇ ਸਾਡੇ ਤੇ ਤੰਜ਼ ਕੱਸੇ ਗਏ, ਪਰ ਇਹ ਅੰਦੋਲਨ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਗਿਆ। ਅਸੀਂ ਉਹਨਾਂ ਦੇ ਇਦਾਂ ਦੀਆਂ ਗੱਲਾਂ ਕਹਿਣ ਨਾਲ ਨਹੀਂ ਰਸਤੋਂ ਮਸ ਹੁੰਦੇ। ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਾਡੀ ਮੁੱਢਲੀ ਤੌਰ ਤੇ ਬੁਨਿਆਦੀ ਪਾਲਿਸੀ ਹੈ ਤੇ ਸਰਕਾਰ ਨੇ ਜੋ ਕਹਿਣਾ ਜੋ ਕਹੇ, ਪਰ ਉੱਠਾਂਗੇ ਉਦੋਂ
ਜਦੋਂ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਗੇ, ਮੰਗਾਂ ਮੰਨ ਲੈਣਗੇ। ਜਿਸ ਤਰ੍ਹਾਂ ਬੰਗਾਲ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੋਰਚੇ ਲਾਏ ਹੋਏ ਸੀ ਕਿ ਅੱਗੇ ਵੀ ਹੁਣ ਕਿਉਂਕਿ ਇਲੈਕਸ਼ਨ ਦਾ ਲਗਾਤਾਰ ਚੱਲ ਰਿਹਾ, ਮੋਰਚੇ ਚੱਲ ਰਹੇ ਨੇ ਉਹ ਅੱਗੇ ਜਦੋਂ ਕਰਾਂਗੇ ਫੇਰ ਫੈਸਲਾ ਹੋਏਗਾ, ਤੁਹਾਨੂੰ ਦੱਸ ਇਲੈਕਸ਼ਨ ਜਿਹੜੇ ਦੇਣਗੇ। ਹੁਣ ਨਹੀਂ, ਹਾਲੇ ਉਹਦੇ ਫੈਸਲਾ ਕੋਈ ਨਹੀਂ ਹੋਇਆ। ਇਹ ਤਾਂ ਕਿਉਂਕਿ ਅਸੀਂ ਕੋਈ ਪੋਲੀਟੀਕਲ ਪਾਰਟੀ ਤਾਂ ਹਾਂ ਨਹੀਂ, ਅਸੀਂ ਉੱਥੇ ਕਿਸੇ ਇੱਕ ਪਾਰਟੀ ਦੀ ਸਪੋਰਟ ਕਰਨੀ ਗਏ ਹੋਏ। ਅਸੀਂ ਕਿਹਾ ਵੀ ਬੀਜੇਪੀ ਨੂੰ ਵੋਟ ਨਾ ਦਿਓ ਤਾਂ ਕਿ ਇਹਨਾਂ ਨੂੰ ਥੋੜੀ ਅਕਲ ਆ ਜਾਏ। ਜਿਹੜੇ ਫੇਸ ਦੇ ਵਿੱਚ ਵੋਟਾਂ ਹਲੇ ਪੈਂਡਿੰਗ ਨੇ, ਉਸ ਫੇਸ 'ਚ ਜਾ ਕੇ ਵੀ ਇਹ ਅਪੀਲ ਕੀਤੀ ਜਾਏਗੀ। ਜਿੱਥੇ ਵੀ ਹੋ ਰਹੀਆਂ ਚੋਣਾਂ ਉੱਥੇ ਅਪੀਲ ਕਰ ਰਹੇ, ਜਾ ਕੇ ਬੰਦੇ ਜਾ ਰਹੇ ਨੇ ਸਾਰੇ। ਸਰਕਾਰ ਵੱਲੋਂ ਜਿਹੜਾ ਤੁਹਾਡੇ ਲਈ ਸਿੱਧੇ ਢੰਗ ਨਾਲ ਕਿਸਾਨਾਂ ਦੇ ਦਬਾਅ ਪਾਇਆ ਜਾ ਰਿਹਾ, ਐਫਸੀਆਈ ਦਾ ਜਿਹੜਾ ਉਹਨਾਂ ਨੇ ਨਿਰਦੇਸ਼ ਸਿਫਾਰਿਸ਼ਾਂ ਕੀਤੀਆਂ ਨੇ ਨਿਯਮਾਂ 'ਚ ਬਦਲਾਅ ਦੀਆਂ, ਤੇ ਹੋਰ ਜਿਹੜੇ ਸਿੱਧੀ ਅਦਾਇਗੀ ਨੂੰ ਲੈ ਕੇ ਆਵਾਜ਼ ਕਲੀਅਰ ਨਹੀਂ ਹੋ ਦਾ ਰਹੀ। ਜਿਹੜਾ ਫੈਸਲਾ ਲਿਆ ਗਿਆ ਜੀ ਐਫਸੀਆਈ ਦਾ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਨੇ ਵੀ ਮੀਟਿੰਗਾਂ ਕਰ ਲਈਆਂ ਪਰ ਹੱਲ ਨਹੀਂ ਨਿਕਲ ਰਿਹਾ। ਅਸਲੀਅਤ ਇਹ ਹੈ ਵੀ ਸਰਕਾਰ ਪ੍ਰੋਕਿਉਰਮੈਂਟ ਤੋਂ ਭੱਜਣਾ ਚਾਹੁੰਦੀ ਹੈ। ਸਾਰਾ ਖੇਤੀ ਸੈਕਟਰ ਨੂੰ ਉਹ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਹ ਜਿੰਨੇ ਉਹ ਫੈਸਲੇ ਕਰ ਰਹੇ ਆ, ਉਹਦੀ ਘੁੰਮਾ ਕੇ ਕੜੀ ਉੱਥੇ ਹੀ ਜਾ ਕੇ ਜੁੜਦੀ ਹੈ। ਕਦੇ ਉਹ ਸਪੈਸੀਫਿਕੇਸ਼ਨਾਂ ਟਾਈਟ ਕਰਨ ਦੀ ਗੱਲ ਕਰਦੇ ਆ, ਕਦੇ ਉਹ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਦੀ ਮੰਗ ਕਰਦੇ ਆ। ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ, ਸਿਰਫ ਇਸ ਲਈ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਜਿਹੜਾ ਮੌਜੂਦਾ ਸਿਸਟਮ ਹੈ ਇਹਨੂੰ ਤੋੜ ਸਕਣ ਔਰ ਇਹਨੂੰ ਕਾਰਪੋਰੇਟਸ ਦੇ ਹਵਾਲੇ ਕਰ ਸਕਣ। ਸਰ ਕਹਿੰਦੇ ਆ ਕਿ ਜਿਹੜਾ ਨਰਿੰਦਰ ਮੋਦੀ ਹੈ ਪਾੜ ਪਾਉਣ ਦੀ ਨੀਤੀ ਕਰਦਾ ਹੈਗਾ, ਪਾੜ ਪਾਉ ਤੇ ਰਾਜ ਕਰੂ ਦੀ ਨੀਤੀ ਤੇ ਅਪਣਾਉਂਦਾ ਹੈਗਾ। ਔਰ ਜਿਸ ਤਰ੍ਹਾਂ ਇਹ ਫੈਸਲਾ ਲਿਆ ਗਿਆ, ਲੱਗ ਰਿਹਾ ਨਾ ਕਿਤੇ ਵੀ ਆੜਤੀਆਂ ਔਰ ਕਿਸਾਨਾਂ ਦੇ ਵਿੱਚ ਇੱਕ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ, ਉਹ ਕਾਮਯਾਬ ਨਹੀਂ ਹੋਏਗਾ ਕਿਉਂਕਿ ਸਾਨੂੰ ਪਤਾ ਵੀ ਸਾਡੀ ਇੰਪੋਰਟੈਂਟ ਕੜੀ ਹੈ ਜਿਹੜਾ ਇਹ ਮਾਰਕੀਟਿੰਗ ਸਿਸਟਮ ਹੈ। ਪੰਜਾਬ ਔਰ ਹਰਿਆਣੇ ਦਾ ਜਿਹੜਾ ਮਾਰਕੀਟਿੰਗ ਸਿਸਟਮ ਹੈ, ਦੁਨੀਆ ਦਾ ਬਿਹਤਰੀਨ ਮਾਰਕੀਟਿੰਗ ਸਿਸਟਮ ਹੈ। ਸਾਡੀ ਤਾਂ ਮੰਗ ਇਹ ਆ ਵੀ ਦੇਸ਼ ਵਿੱਚ 48,000 ਮੰਡੀਆਂ ਹੋਰ ਖੋਲੋ ਔਰ ਇਸੇ ਤਰ੍ਹਾਂ ਦਾ ਸਿਸਟਮ ਬਣਾਓ ਤਾਂ ਕਿ ਹਰ ਇੱਕ ਜਗ੍ਹਾ MSP ਦਾ ਲਾਭ ਲੋਕਾਂ ਨੂੰ ਮਿਲ ਸਕੇ। ਕੁਝ ਕਿਸਾਨ ਆਗੂ ਇਸ ਤਰ੍ਹਾਂ ਦੇ ਜੀ ਬਿਆਨ ਆ ਰਹੇ ਸੀ ਕਿ ਜਿਹੜਾ ਇਹ ਫੈਸਲਾ ਸਹੀ ਹੈ ਪਰ ਗਲਤ ਸਮੇਂ ਤੇ ਲਿਆ ਗਿਆ ਹੈਗਾ। ਨਹੀਂ, ਮੈਂ ਨਹੀਂ ਕਹਿ ਸਕਦਾ ਕੀ ਉਹਨਾਂ ਨੇ ਕਿਹਾ। ਬੇਸਿਕਲੀ ਅਸੀਂ ਕਾਨੂੰਨਾਂ ਦਾ ਵਿਰੋਧ ਕਰਦੇ, ਇਹ ਕਾਨੂੰਨਾਂ ਨਾਲ ਲਿੰਕ ਕਰਦੇ ਨੇ, ਇਸ ਕਰਕੇ ਅਸੀਂ ਉਹਨਾਂ ਦੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਦੇ ਹਾਂ। ਸੰਸਦ ਮਾਰਚ ਨੂੰ ਲੈ ਕੇ ਸਿੱਧੀ ਅਦਾਇਗੀ ਹੋਣੀ ਚਾਹੀਦੀ ਹੈ ਜਾਂ ਗਲਤ ਹੈ ਜੀ, ਨਿੱਜੀ ਰਾਏ ਨਹੀਂ। ਇਹ ਸਾਰਾ ਮੰਡੀ ਤੋੜਨ ਦੀ ਪ੍ਰਕਿਰਿਆ ਹੈ। ਨਹੀਂ ਕੋਈ ਕੀ ਮੈਨੂੰ ਦੱਸੋ ਲਾਭ ਕੀ ਹੋਏਗਾ ਉਹਦੇ ਨਾਲ? ਸਿਰਫ ਇਹੀ ਹੈ ਵੀ ਆੜਤੀ ਨੂੰ ਭਜਾ ਦਿਓ ਤਾਂ ਕਿ ਫਿਰ ਕਾਰਪੋਰੇਟ ਆ ਜਾਣ। ਇਸ ਵਾਸਤੇ ਬਾਕੀ ਆਗੂ ਨਹੀਂ, ਉਹ ਕਿਸੇ ਦੀ ਹੋ ਸਕਦੀ ਹੈ ਆਪਣੀ ਰਾਏ, ਪਰ ਸਾਡੀ ਰਾਏ ਨਹੀਂ ਹੈ। ਅਸੀਂ ਸ਼ੁਰੂ ਤੋਂ ਇਹਦੇ ਵਿਰੋਧ ਕਰਦੇ ਹਾਂ। ਸਿੱਧੀ ਅਦਾਇਗੀ ਨਹੀਂ ਹੋਣੀ ਚਾਹੀਦੀ। ਬਿਲਕੁਲ ਬੜੇ ਪੱਕੇ ਤੌਰ ਤੇ। ਸੰਸਦ ਮਾਰਚ ਨੂੰ ਲੈ ਕੇ ਕੁਝ ਅੱਗੇ ਉਹ ਜਿਹੜਾ ਹੋਇਆ ਨਹੀਂ, ਉਹ ਹਾਲੇ ਕੋਈ ਡੇਟ ਨਹੀਂ ਤੈਅ ਹੋਈ। ਇਹੀ ਤੈਅ ਹੋਇਆ ਵੀ ਮਾਰਚ ਕਰਨਾ ਹੈ। ਕਦੋਂ ਕਰਨਾ ਹੈ ਉਹਦੇ ਲਈ ਜਿਹੜਾ ਹੈਗਾ ਮੋਡੈਲਿਟੀ ਸਾਰੀਆਂ ਤੈਅ ਕਰਕੇ ਫਿਰ ਉਹ ਐਲਾਨ ਕਰਦੇ ਹਾਂ। 17 ਅਪ੍ਰੈਲ ਦੀ ਜਿਹੜੀ ਮੀਟਿੰਗ ਉਸ ਦੇ ਵਿੱਚ ਫੈਸਲਾ ਹੋ ਸਕਦਾ ਹੈ ਮਈ ਦੇ। ਨਹੀਂ, ਇਹ ਅਸੀਂ ਡਿਸਕਸ ਕਰ ਰਹੇ ਹਾਂ। ਸਾਡਾ ਕੰਮ ਹੈ, ਅਸੀਂ ਜੋ ਅਸੀਂ ਕਰੀ ਜਾਂਦੇ ਹਾਂ, ਅਸੀਂ ਤੁਹਾਨੂੰ ਤੁਹਾਡੇ ਰਾਹੀਂ ਉਹ ਲੋਕਾਂ ਕੋਲ ਪਹੁੰਚਾਉਣਾ। ਅਸੀਂ ਤੁਹਾਨੂੰ ਦੱਸਾਂਗੇ ਜਦੋਂ ਹੋ ਗਿਆ ਫੈਸਲਾ। ਹੋਰ ਦੱਸੋ। ਸੋ ਰੂਟ ਪਲਾਨ ਜਿਸ ਤਰ੍ਹਾਂ ਜੀ 26 ਜਨਵਰੀ ਦੀ ਗੱਲ ਕਰੀਏ ਤਾਂ ਰੂਟ ਪਲਾਨ 2-3 ਦਿਨ ਪਹਿਲਾਂ ਆਇਆ, ਉਹਦੇ ਕਰਕੇ ਕੁਝ ਨੁਕਸਾਨ ਵੀ ਹੋਇਆ। ਨਹੀਂ, ਕੋਈ ਨਹੀਂ। ਉਹ ਚੀਜ਼ ਦਾ ਖਿਆਲ ਜ਼ਰੂਰ ਰੱਖਿਆ ਜਾਏਗਾ ਕਿ ਰੂਟ ਪਲਾਨ ਪਹਿਲਾਂ ਦੱਸ ਦਿੱਤਾ ਜਾਵੇ। ਜੋ ਪਿੱਛੇ ਗਲਤੀਆਂ ਹੋ ਗਈਆਂ ਉਹ ਸਾਰਾ ਦਾ ਧਿਆਨ ਰੱਖਿਆ ਜਾਏਗਾ ਔਰ ਸਾਰਾ ਬੜਾ ਕੁਝ ਡਿਸਕਸ ਕਰ ਰਹੇ ਹਾਂ। ਅਸੀਂ ਮੋਡੈਲਿਟੀਜ਼ ਡਿਸਕਸ ਕਰ ਰਹੇ ਹਾਂ। ਜੋ ਕੁਝ ਕਰਾਂਗੇ ਉਹ ਤੁਹਾਨੂੰ ਬਾਅਦ ਚ ਐਲਾਨ ਕਰ ਦੇਵਾਂਗੇ। ਅੱਜ ਦਾ ਜਿਹੜਾ ਇਹ ਰੋਡ ਜਾਮ ਕੀਤਾ ਗਿਆ ਇਹਨੂੰ ਲੈ ਕੇ ਜਿਹੜੀ ਐਂਬੂਲੈਂਸ ਜਾਂ ਕੋਈ ਵੀ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਉਹਨਾਂ ਦੀ ਰਸਤਾ ਨਹੀਂ, ਉਹਨੂੰ ਕੋਈ ਪਾਬੰਦੀ ਨਹੀਂ। ਐਂਬੂਲੈਂਸ ਵਗੈਰਾ ਜਾਣਗੀਆਂ, ਉਹਨਾਂ ਨੂੰ ਉਹਦੇ ਤੇ ਕੋਈ ਪਾਬੰਦੀ ਨਹੀਂ। ਅੱਜ ਲੱਖਾ ਸਦਾਨਾ ਕਿਹਾ ਜਾ ਰਿਹਾ ਸੀਗਾ ਕਿ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ। ਲੱਖੇ ਦੀ ਵਾਪਸੀ ਸੰਯੁਕਤ ਫੈਸਲਾ ਹੋ ਚੁੱਕਿਆ ਹੈਗਾ। ਇੱਕ ਮੈਨੂੰ ਦੱਸਿਓ, ਇਹ ਵਗਦਾ ਦਰਿਆ ਹੈ। ਵਗਦੇ ਦਰਿਆ 'ਚ ਕੋਈ ਇਧਰੋਂ ਆ ਕੇ ਡਿੱਗ ਪੈਂਦਾ ਵਿੱਚ ਪਾਣੀ 'ਚ, ਮੈਂ ਡੁਬਕੀ ਲਾ ਲਾ, ਕਹਿੰਦਾ ਮੈਂ ਡੁਬਕੀ ਲਾ ਲਾ, ਜਿਹੜਾ ਮਰਜੀ। ਨਹੀਂ, ਪੋਸੀਬਲ ਨਹੀਂ। ਨਹੀਂ ਪੋਸੀਬਲ ਜੀ। ਧੰਨਵਾਦ। ਕਹਿੰਦੀ ਰਹੀ ਹੈ ਹਰ ਅੰਦੋਲਨ ਨੂੰ ਕੁਛ ਨਾ ਕੁਛ ਕਹਿ ਕੇ ਆਨੇ ਬਹਾਨੇ ਸਾਨੂੰ ਖਾਲਿਸਤਾਨੀ ਵੀ ਕਿਹਾ ਗਿਆ। ਸਾਡੇ ਲਈ ਬੜੇ ਸਾਡੇ ਤੇ ਤੰਜ਼ ਕੱਸੇ ਗਏ, ਪਰ ਇਹ ਅੰਦੋਲਨ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਗਿਆ। ਅਸੀਂ ਉਹਨਾਂ ਦੇ ਇਦਾਂ ਦੀਆਂ ਗੱਲਾਂ ਕਹਿਣ ਨਾਲ ਨਹੀਂ ਰਸਤੋਂ ਮਸ ਹੁੰਦੇ। ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਾਡੀ ਮੁੱਢਲੀ ਤੌਰ ਤੇ ਬੁਨਿਆਦੀ ਪਾਲਿਸੀ ਹੈ ਤੇ ਸਰਕਾਰ ਨੇ ਜੋ ਕਹਿਣਾ ਜੋ ਕਹੇ, ਪਰ ਉੱਠਾਂਗੇ ਉਦੋਂ ਜਦੋਂ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਗੇ, ਮੰਗਾਂ ਮੰਨ ਲੈਣਗੇ।
ਜਿਸ ਤਰ੍ਹਾਂ ਬੰਗਾਲ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੋਰਚੇ ਲਾਏ ਹੋਏ ਸੀ ਕਿ ਅੱਗੇ ਵੀ ਹੁਣ ਕਿਉਂਕਿ ਇਲੈਕਸ਼ਨ ਦਾ ਲਗਾਤਾਰ ਚੱਲ ਰਿਹਾ ਮੋਰਚੇ ਚੱਲ ਰਹੇ ਨੇ ਤੁਸੀਂ ਉਹ ਅੱਗੇ ਜਦੋਂ ਕਰਾਂਗੇ ਫੇਰ ਫੈਸਲਾ ਹੋਏਗਾ ਤੁਹਾਨੂੰ ਦੱਸ ਇਲੈਕਸ਼ਨ ਦਿਆਂਗੇ। ਜਿਹੜੇ ਹੁਣ ਨਹੀਂ ਹਾਲੇ ਉਹਦੇ ਫੈਸਲਾ ਕੋਈ ਨਹੀਂ ਹੋਇਆ। ਇਹ ਤਾਂ ਕਿਉਂਕਿ ਅਸੀਂ ਕੋਈ ਪੋਲੀਟੀਕਲ ਪਾਰਟੀ ਤਾਂ ਹਾਂ ਨਹੀਂ, ਅਸੀਂ ਉੱਥੇ ਕਿਸੇ ਇੱਕ ਪਾਰਟੀ ਦੀ ਸਪੋਰਟ ਕਰਨੀ ਗਏ ਹੋਏ। ਅਸੀਂ ਕਿਹਾ ਵੀ ਬੀਜੇਪੀ ਨੂੰ ਵੋਟ ਨਾ ਦਿਓ ਤਾਂ ਕਿ ਇਹਨਾਂ ਨੂੰ ਥੋੜੀ ਅਕਲ ਆ ਜਾਏ। ਜਿਹੜੇ ਫੇਸ ਦੇ ਵਿੱਚ ਵੋਟਾਂ ਹਲੇ ਪੈਂਡਿੰਗ ਨੇ ਉਸ ਫੇਸ 'ਚ ਜਾ ਕੇ ਵੀ ਇਹ ਅਪੀਲ ਕੀਤੀ ਜਾਏਗੀ। ਜਿੱਥੇ ਵੀ ਹੋ ਰਹੀਆਂ ਚੋਣਾਂ ਉੱਥੇ ਅਪੀਲ ਕਰ ਰਹੇ ਜਾ ਕੇ ਬੰਦੇ ਜਾ ਰਹੇ ਨੇ ਸਾਰੇ। ਸਰਕਾਰ ਵੱਲੋਂ ਜਿਹੜਾ ਤੁਹਾਡੇ ਲਈ ਸਿੱਧੇ ਢੰਗ ਨਾਲ ਕਿਸਾਨਾਂ ਦੇ ਦਬਾਅ ਪਾਇਆ ਜਾ ਰਿਹਾ ਐਫਸੀਆਈ ਦਾ ਜਿਹੜਾ ਉਹਨਾਂ ਨੇ ਨਿਰਦੇਸ਼ ਸਿਫਾਰਿਸ਼ਾਂ ਕੀਤੀਆਂ ਨੇ ਨੇਮਾਂ 'ਚ ਬਦਲਾਅ ਦੀਆਂ ਤੇ ਹੋਰ ਜਿਹੜੇ ਸਿੱਧੀ ਅਦਾਇਗੀ ਨੂੰ ਲੈ ਕੇ ਆਵਾਜ਼ ਕਲੀਅਰ ਨਹੀਂ ਅਦਾਇਗੀ ਦਾ ਜਿਹੜਾ ਫੈਸਲਾ ਲਿਆ ਗਿਆ ਜੀ ਐਫਸੀਆਈ ਦਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਨੇ ਵੀ ਮੀਟਿੰਗਾਂ ਕਰ ਲਈਆਂ ਪਰ ਹੱਲ ਨਹੀਂ ਨਿਕਲ ਰਿਹਾ। ਅਸਲੀਅਤ ਇਹ ਹੈ ਵੀ ਸਰਕਾਰ ਪ੍ਰੋਕਿਊਰਮੈਂਟ ਤੋਂ ਭੱਜਣਾ ਚਾਹੁੰਦੀ ਹੈ। ਸਾਰਾ ਖੇਤੀ ਸੈਕਟਰ ਨੂੰ ਉਹ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਹ ਜਿੰਨੇ ਉਹ ਫੈਸਲੇ ਕਰ ਰਹੇ ਉਹਦੀ ਘੁੰਮਾ ਕੇ ਕੜੀ ਉੱਥੇ ਜਾ ਕੇ ਜੁੜਦੀ ਹੈ। ਕਦੇ ਉਹ ਸਪੈਸੀਫਿਕੇਸ਼ਨਾਂ ਟਾਈਟ ਕਰਨ ਦੀ ਗੱਲ ਕਰਦੇ ਆ, ਕਦੇ ਉਹ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਦੀ ਮੰਗ ਕਰਦੇ ਆ। ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਸਿਰਫ ਇਸ ਲਈ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਜਿਹੜਾ ਮੌਜੂਦਾ ਸਿਸਟਮ ਹੈ ਇਹਨੂੰ ਤੋੜ ਸਕਣ ਔਰ ਇਹਨੂੰ ਕਾਰਪੋਰੇਟਸ ਦੇ ਹਵਾਲੇ ਕਰ ਸਕਣ। ਸਰ ਕਹਿੰਦੇ ਆ ਕਿ ਜਿਹੜਾ ਨਰਿੰਦਰ ਮੋਦੀ ਹੈ ਪਾੜ ਪਾਉਣ ਦੀ ਨੀਤੀ ਕਰਦਾ ਹੈਗਾ, ਪਾੜ ਪਾਉ ਤੇ ਰਾਜ ਕਰੂ ਦੀ ਨੀਤੀ ਤੇ ਅਪਣਾਉਂਦਾ ਹੈਗਾ ਔਰ ਜਿਸ ਤਰ੍ਹਾਂ ਇਹ ਫੈਸਲਾ ਲਿਆ ਗਿਆ ਲੱਗ ਰਿਹਾ ਨਾ ਕਿਤੇ ਵੀ ਆੜਤੀਆਂ ਔਰ ਕਿਸਾਨਾਂ ਦੇ ਵਿੱਚ ਇੱਕ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ, ਉਹ ਕਾਮਯਾਬ ਨਹੀਂ ਹੋਏਗਾ ਕਿਉਂਕਿ ਸਾਨੂੰ ਪਤਾ ਵੀ ਸਾਡੀ ਇੰਪੋਰਟੈਂਟ ਕੜੀ ਹੈ ਜਿਹੜਾ ਇਹ ਮਾਰਕੀਟਿੰਗ ਸਿਸਟਮ ਹੈ। ਪੰਜਾਬ ਔਰ ਹਰਿਆਣੇ ਦਾ ਜਿਹੜਾ ਮਾਰਕੀਟਿੰਗ ਸਿਸਟਮ ਹੈ ਦੁਨੀਆ ਦਾ ਬਿਹਤਰੀਨ ਮਾਰਕੀਟਿੰਗ ਸਿਸਟਮ ਹੈ। ਸਾਡੀ ਤਾਂ ਮੰਗ ਇਹ ਆ ਵੀ ਦੇਸ਼ ਵਿੱਚ 48,000 ਮੰਡੀਆਂ ਹੋਰ ਖੋਲੋ ਔਰ ਇਸੇ ਤਰ੍ਹਾਂ ਦਾ ਸਿਸਟਮ ਬਣਾਓ ਤਾਂ ਕਿ ਹਰ ਇੱਕ ਜਗ੍ਹਾ ਐਮਐਸਪੀ ਦਾ ਲਾਭ ਲੋਕਾਂ ਨੂੰ ਮਿਲ ਸਕੇ। ਕੁਝ ਕਿਸਾਨ ਆਗੂ ਇਸ ਤਰ੍ਹਾਂ ਦੇ ਜੀ ਬਿਆਨ ਆ ਰਹੇ ਸੀ ਕਿ ਜਿਹੜਾ ਇਹ ਫੈਸਲਾ ਸਹੀ ਹੈ ਪਰ ਗਲਤ ਸਮੇਂ ਤੇ ਲਿਆ ਗਿਆ ਹੈਗਾ। ਨਹੀਂ, ਮੈਂ ਨਹੀਂ ਕਹਿ ਸਕਦਾ ਕੀ ਉਹਨਾਂ ਨੇ ਕਿਹਾ। ਬੇਸਿਕਲੀ ਅਸੀਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ, ਕਾਨੂੰਨਾਂ ਨਾਲ ਲਿੰਕ ਕਰਦੇ ਨੇ, ਇਸ ਕਰਕੇ ਅਸੀਂ ਉਹਨਾਂ ਦੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਦੇ ਹਾਂ। ਸੰਸਦ ਮਾਰਚ ਨੂੰ ਲੈ ਕੇ ਸਿੱਧੀ ਅਦਾਇਗੀ ਹੋਣੀ ਚਾਹੀਦੀ ਹੈ ਗਲਤ ਹੈ ਜੀ, ਨਿੱਜੀ ਰਾਏ ਨਹੀਂ। ਇਹ ਸਾਰਾ ਮੰਡੀ ਤੋੜਨ ਦੀ ਪ੍ਰਕਿਰਿਆ ਹੈ। ਨਹੀਂ ਕੋਈ ਕੀ ਮੈਨੂੰ ਦੱਸੋ ਲਾਭ ਕੀ ਹੋਏਗਾ ਉਹਦੇ ਨਾਲ? ਸਿਰਫ ਇਹੀ ਹੈ ਵੀ ਆੜਤੀ ਨੂੰ ਭਜਾ ਦਿਓ ਤਾਂ ਕਿ ਫਿਰ ਕਾਰਪੋਰੇਟ ਆ ਜਾਣ। ਇਸ ਵਾਸਤੇ ਬਾਕੀ ਆਗੂ ਇਹ ਨਹੀਂ, ਉਹ ਕਿਸੇ ਦੀ ਹੋ ਸਕਦੀ ਹੈ ਆਪਣੀ ਰਾਏ ਪਰ ਸਾਡੀ ਰਾਏ ਨਹੀਂ ਹੈ। ਅਸੀਂ ਸ਼ੁਰੂ ਤੋਂ ਇਹਦੇ ਵਿਰੋਧ ਕਰਦੇ ਹਾਂ। ਸਿੱਧੀ ਅਦਾਇਗੀ ਨਹੀਂ ਹੋਣੀ ਚਾਹੀਦੀ। ਬਿਲਕੁਲ ਬੜੇ ਪੱਕੇ ਤੌਰ ਤੇ। ਸੰਸਦ ਮਾਰਚ ਨੂੰ ਲੈ ਕੇ ਕੁਝ ਅੱਗੇ ਉਹ ਜਿਹੜਾ ਹੋਇਆ ਨਹੀਂ, ਉਹ ਹਾਲੇ ਕੋਈ ਡੇਟ ਨਹੀਂ ਤੈਅ ਹੋਈ। ਇਹੀ ਤੈਅ ਹੋਇਆ ਵੀ ਮਾਰਚ ਕਰਨਾ ਹੈ, ਕਦੋਂ ਕਰਨਾ ਹੈ ਉਹਦੇ ਲਈ ਜਿਹੜਾ ਹੈਗਾ ਮੋਡੈਲਿਟੀ ਸਾਰੀਆਂ ਤੈਅ ਕਰਕੇ ਫਿਰ ਉਹ ਐਲਾਨ ਕਰਦੇ ਹਾਂ। ਜੀ 17 ਅਪ੍ਰੈਲ ਦੀ ਜਿਹੜੀ ਮੀਟਿੰਗ ਉਸ ਦੇ ਵਿੱਚ ਫੈਸਲਾ ਹੋ ਸਕਦਾ ਹੈ ਮਈ ਦੇ। ਨਹੀਂ, ਇਹ ਅਸੀਂ ਡਿਸਕਸ ਕਰ ਰਹੇ ਹਾਂ। ਸਾਡਾ ਕੰਮ ਹੈ ਜੋ ਅਸੀਂ ਕਰੀ ਜਾਂਦੇ ਹਾਂ ਅਸੀਂ ਤੁਹਾਨੂੰ ਤੁਹਾਡੇ ਰਾਹੀਂ ਉਹ ਲੋਕਾਂ ਕੋਲ ਪਹੁੰਚਾਉਣਾ। ਅਸੀਂ ਤੁਹਾਨੂੰ ਦੱਸਾਂਗੇ ਜਦੋਂ ਹੋ ਗਿਆ ਫੈਸਲਾ। ਹੋਰ ਦੱਸੋ। ਸੋ ਰੂਟ ਪਲਾਨ ਜਿਸ ਤਰ੍ਹਾਂ ਜੀ 26 ਜਨਵਰੀ ਦੀ ਗੱਲ ਕਰੀਏ ਤਾਂ ਰੂਟ ਪਲਾਨ 2-3 ਦਿਨ ਪਹਿਲਾਂ ਆਇਆ, ਉਹਦੇ ਕਰਕੇ ਕੁਝ ਨੁਕਸਾਨ ਹੋਇਆ। ਨਹੀਂ, ਕੋਈ ਇਸ ਵਾਰ ਉਹ ਚੀਜ਼ ਦਾ ਖਿਆਲ ਜ਼ਰੂਰ ਰੱਖਿਆ ਜਾਏਗਾ ਕਿ ਰੂਟ ਪਲਾਨ ਪਹਿਲਾਂ ਦੱਸ ਦਿੱਤਾ ਜਾਵੇ। ਜੋ ਪਿੱਛੇ ਗਲਤੀਆਂ ਹੋ ਗਈਆਂ ਉਹ ਸਾਰਾ ਦਾ ਧਿਆਨ ਰੱਖਿਆ ਜਾਏਗਾ ਔਰ ਸਾਰਾ ਬੜਾ ਕੁਝ ਡਿਸਕਸ ਕਰ ਰਹੇ ਹਾਂ। ਅਸੀਂ ਮੋਡੈਲਿਟੀਜ਼ ਡਿਸਕਸ ਕਰ ਰਹੇ ਹਾਂ। ਜੋ ਕੁਝ ਕਰਾਂਗੇ ਉਹ ਤੁਹਾਨੂੰ ਬਾਅਦ ਚ ਐਲਾਨ ਕਰ ਦੇਵਾਂਗੇ। ਅੱਜ ਦਾ ਜਿਹੜਾ ਇਹ ਰੋਡ ਜਾਮ ਕੀਤਾ ਗਿਆ ਇਹਨੂੰ ਲੈ ਕੇ ਜਿਹੜੀ ਐਂਬੂਲੈਂਸ ਜਾਂ ਕੋਈ ਵੀ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਉਹਨਾਂ ਦੀ ਰਸਤਾ ਨਹੀਂ, ਉਹਨੂੰ ਕੋਈ ਪਾਬੰਦੀ ਨਹੀਂ। ਐਂਬੂਲੈਂਸ ਵਗੈਰਾ ਜਾਣਗੀਆਂ ਉਹਨਾਂ ਨੂੰ, ਉਹਦੇ ਤੇ ਕੋਈ ਪਾਬੰਦੀ ਨਹੀਂ। ਅੱਜ ਲੱਖਾ ਸਦਾਨਾ ਕਿਹਾ ਜਾ ਰਿਹਾ ਸੀਗਾ ਕਿ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ। ਲੱਖੇ ਦੀ ਵਾਪਸੀ ਸੰਯੁਕਤ ਫੈਸਲਾ ਹੋ ਚੁੱਕਿਆ ਹੈ। ਇੱਕ ਮੈਨੂੰ ਦੱਸਿਓ, ਇਹ ਵਗਦਾ ਦਰਿਆ ਹੈ। ਵਗਦੇ ਦਰਿਆ 'ਚ ਕੋਈ ਇਧਰੋਂ ਆ ਕੇ ਡਿੱਗ ਪੈਂਦਾ ਵਿੱਚ ਪਾਣੀ 'ਚ, ਮੈਂ ਡੁਬਕੀ ਲਾ ਲਾ, ਕਹਿੰਦਾ ਮੈਂ ਡੁਬਕੀ ਲਾ ਲਾ, ਜਿਹੜਾ ਮਰਜੀ। ਨਹੀਂ ਪੋਸੀਬਲ ਨਹੀਂ। ਨਹੀਂ ਪੋਸੀਬਲ ਜੀ। ਧੰਨਵਾਦ। ਯਾਰ ਆਪਦੇ ਫੜ ਕਹਿੰਦੀ ਰਹੀ ਹੈ ਹਰ ਅੰਦੋਲਨ ਨੂੰ ਕੁਛ ਨਾ ਕੁਛ ਕਹਿ ਕੇ ਆਨੇ ਬਹਾਨੇ ਸਾਨੂੰ ਖਾਲਿਸਤਾਨੀ ਵੀ ਕਿਹਾ ਗਿਆ। ਸਾਡੇ ਲਈ ਬੜੇ ਸਾਡੇ ਤੇ ਤੰਜ਼ ਕਸੇ ਗਏ ਪਰ ਇਹ ਅੰਦੋਲਨ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਗਿਆ। ਅਸੀਂ ਉਹਨਾਂ ਦੇ ਇਦਾਂ ਦੀਆਂ ਗੱਲਾਂ ਕਹਿਣ ਨਾਲ ਨਹੀਂ ਰਸਤੋਂ ਮਸ ਹੁੰਦੇ। ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਾਡੀ ਮੁੱਢਲੀ ਤੌਰ ਤੇ ਬੁਨਿਆਦੀ ਪਾਲਿਸੀ ਹੈ ਤੇ ਸਰਕਾਰ ਨੇ ਜੋ ਕਹਿਣਾ ਜੋ ਕਹੇ, ਪਰ ਉੱਠਾਂਗੇ ਉਦੋਂ ਜਦੋਂ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਗੇ, ਮੰਗਾਂ ਮੰਨ ਲੈਣਗੇ।
ਜਿਸ ਤਰ੍ਹਾਂ ਬੰਗਾਲ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੋਰਚੇ ਲਾਏ ਹੋਏ ਸੀ ਕਿ ਅੱਗੇ ਵੀ ਹੁਣ ਕਿਉਂਕਿ ਇਲੈਕਸ਼ਨ ਦਾ ਲਗਾਤਾਰ ਚੱਲ ਰਿਹਾ ਮੋਰਚੇ ਚੱਲ ਰਹੇ ਨੇ ਉਹ ਅੱਗੇ ਜਦੋਂ ਕਰਾਂਗੇ ਫੇਰ ਫੈਸਲਾ ਹੋਏਗਾ, ਤੁਹਾਨੂੰ ਦੱਸ ਇਲੈਕਸ਼ਨ ਦਿਆਂਗੇ। ਜਿਹੜੇ ਹੁਣ ਨਹੀਂ ਉਹ ਹਾਲੇ ਉਹਦੇ ਫੈਸਲਾ ਕੋਈ ਨਹੀਂ ਹੋਇਆ। ਇਹ ਤਾਂ ਕਿਉਂਕਿ ਅਸੀਂ ਕੋਈ ਪੋਲੀਟੀਕਲ ਪਾਰਟੀ ਤਾਂ ਹਾਂ ਨਹੀਂ, ਅਸੀਂ ਉੱਥੇ ਕਿਸੇ ਇੱਕ ਪਾਰਟੀ ਦੀ ਸਪੋਰਟ ਕਰਨੀ ਗਏ ਹੋਏ। ਅਸੀਂ ਕਿਹਾ ਵੀ ਬੀਜੇਪੀ ਨੂੰ ਵੋਟ ਨਾ ਦਿਓ ਤਾਂ ਕਿ ਇਹਨਾਂ ਨੂੰ ਥੋੜੀ ਅਕਲ ਆ ਜਾਏ। ਜਿਹੜੇ ਫੇਸ ਦੇ ਵਿੱਚ ਵੋਟਾਂ ਹਲੇ ਪੈਂਡਿੰਗ ਨੇ ਉਸ ਫੇਸ 'ਚ ਜਾ ਕੇ ਵੀ ਇਹ ਅਪੀਲ ਕੀਤੀ ਜਾਏਗੀ। ਜਿੱਥੇ ਵੀ ਹੋ ਰਹੀਆਂ ਚੋਣਾਂ ਉੱਥੇ ਅਪੀਲ ਕਰ ਰਹੇ ਜਾ ਕੇ ਬੰਦੇ ਜਾ ਰਹੇ ਨੇ ਸਾਰੇ। ਸਰਕਾਰ ਵੱਲੋਂ ਜਿਹੜਾ ਤੁਹਾਡੇ ਲਈ ਸਿੱਧੇ ਢੰਗ ਨਾਲ ਕਿਸਾਨਾਂ ਦੇ ਦਬਾਅ ਪਾਇਆ ਜਾ ਰਿਹਾ ਐਫਸੀਆਈ ਦਾ ਜਿਹੜਾ ਉਹਨਾਂ ਨੇ ਨਿਰਦੇਸ਼ ਸਿਫਾਰਿਸ਼ਾਂ ਕੀਤੀਆਂ ਨੇ ਨੇਮਾਂ 'ਚ ਬਦਲਾਅ ਦੀਆਂ ਤੇ ਹੁਣ ਜਿਹੜੇ ਸਿੱਧੀ ਅਦਾਇਗੀ ਨੂੰ ਲੈ ਕੇ ਆਵਾਜ਼ ਕਲੀਅਰ ਨਹੀਂ ਅਦਾਇਗੀ ਦਾ ਜਿਹੜਾ ਫੈਸਲਾ ਲਿਆ ਗਿਆ ਜੀ ਐਫਸੀਆਈ ਦਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਨੇ ਵੀ ਮੀਟਿੰਗਾਂ ਕਰ ਲਈਆਂ ਪਰ ਹੱਲ ਨਹੀਂ ਨਿਕਲ ਰਿਹਾ। ਅਸਲੀਅਤ ਇਹ ਹੈ ਵੀ ਸਰਕਾਰ ਪ੍ਰੋਕਿਊਰਮੈਂਟ ਤੋਂ ਭੱਜਣਾ ਚਾਹੁੰਦੀ ਹੈ। ਸਾਰਾ ਖੇਤੀ ਸੈਕਟਰ ਨੂੰ ਉਹ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਹ ਜਿੰਨੇ ਉਹ ਫੈਸਲੇ ਕਰ ਰਹੇ ਉਹਦੀ ਘੁੰਮਾ ਕੇ ਕੜੀ ਉੱਥੇ ਜਾ ਕੇ ਜੁੜਦੀ ਹੈ। ਕਦੇ ਉਹ ਸਪੈਸੀਫਿਕੇਸ਼ਨਾਂ ਟਾਈਟ ਕਰਨ ਦੀ ਗੱਲ ਕਰਦੇ ਆ, ਕਦੇ ਉਹ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਦੀ ਮੰਗ ਕਰਦੇ ਆ। ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਸਿਰਫ ਇਸ ਲਈ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਜਿਹੜਾ ਮੌਜੂਦਾ ਸਿਸਟਮ ਹੈ ਇਹਨੂੰ ਤੋੜ ਸਕਣ ਔਰ ਇਹਨੂੰ ਕਾਰਪੋਰੇਟਸ ਦੇ ਹਵਾਲੇ ਕਰ ਸਕਣ। ਸਰ ਕਹਿੰਦੇ ਆ ਕਿ ਜਿਹੜਾ ਨਰਿੰਦਰ ਮੋਦੀ ਹੈ ਪਾੜ ਪਾਉਣ ਦੀ ਨੀਤੀ ਕਰਦਾ ਹੈਗਾ, ਪਾੜ ਪਾਉ ਤੇ ਰਾਜ ਕਰੂ ਦੀ ਨੀਤੀ ਤੇ ਅਪਣਾਉਂਦਾ ਹੈਗਾ। ਔਰ ਜਿਸ ਤਰ੍ਹਾਂ ਇਹ ਫੈਸਲਾ ਲਿਆ ਗਿਆ ਲੱਗ ਰਿਹਾ ਨਾ ਕਿਤੇ ਵੀ ਆੜਤੀਆਂ ਔਰ ਕਿਸਾਨਾਂ ਦੇ ਵਿੱਚ ਇੱਕ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ ਉਹ ਕਾਮਯਾਬ ਨਹੀਂ ਹੋਏਗਾ ਕਿਉਂਕਿ ਸਾਨੂੰ ਪਤਾ ਵੀ ਸਾਡੀ ਇੰਪੋਰਟੈਂਟ ਕੜੀ ਹੈ ਜਿਹੜਾ ਇਹ ਮਾਰਕੀਟਿੰਗ ਸਿਸਟਮ ਹੈ। ਪੰਜਾਬ ਔਰ ਹਰਿਆਣੇ ਦਾ ਜਿਹੜਾ ਮਾਰਕੀਟਿੰਗ ਸਿਸਟਮ ਹੈ ਦੁਨੀਆ ਦਾ ਬਿਹਤਰੀਨ ਮਾਰਕੀਟਿੰਗ ਸਿਸਟਮ ਹੈ। ਸਾਡੀ ਤਾਂ ਮੰਗ ਇਹ ਆ ਵੀ ਦੇਸ਼ ਵਿੱਚ 48,000 ਮੰਡੀਆਂ ਹੋਰ ਖੋਲੋ ਔਰ ਇਸੇ ਤਰ੍ਹਾਂ ਦਾ ਸਿਸਟਮ ਬਣਾਓ ਤਾਂ ਕਿ ਹਰ ਇੱਕ ਜਗ੍ਹਾ ਐਮਐਸਪੀ ਦਾ ਲਾਭ ਲੋਕਾਂ ਨੂੰ ਮਿਲ ਸਕੇ। ਕੁਝ ਕਿਸਾਨ ਆਗੂ ਇਸ ਤਰ੍ਹਾਂ ਦੇ ਜੀ ਬਿਆਨ ਆ ਰਹੇ ਸੀ ਕਿ ਜਿਹੜਾ ਇਹ ਫੈਸਲਾ ਸਹੀ ਹੈ ਪਰ ਗਲਤ ਸਮੇਂ ਤੇ ਲਿਆ ਗਿਆ ਹੈ। ਨਹੀਂ ਮੈਂ ਨਹੀਂ ਕਹਿ ਸਕਦਾ ਕੀ ਉਹਨਾਂ ਨੇ ਕਿਹਾ। ਬੇਸਿਕਲੀ ਅਸੀਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ, ਕਾਨੂੰਨਾਂ ਨਾਲ ਲਿੰਕ ਕਰਦੇ ਨੇ, ਇਸ ਕਰਕੇ ਅਸੀਂ ਉਹਨਾਂ ਦੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਦੇ ਹਾਂ। ਸੰਸਦ ਮਾਰਚ ਨੂੰ ਲੈ ਕੇ ਸਿੱਧੀ ਅਦਾਇਗੀ ਹੋਣੀ ਚਾਹੀਦੀ ਹੈ ਜਾਂ ਗਲਤ ਹੈ ਜੀ, ਨਿੱਜੀ ਰਾਏ ਨਹੀਂ। ਇਹ ਸਾਰਾ ਮੰਡੀ ਤੋੜਨ ਦੀ ਪ੍ਰਕਿਰਿਆ ਹੈ। ਨਹੀਂ ਕੋਈ ਕੀ ਮੈਨੂੰ ਦੱਸੋ ਲਾਭ ਕੀ ਹੋਏਗਾ ਉਹਦੇ ਨਾਲ? ਸਿਰਫ ਇਹੀ ਹੈ ਵੀ ਆੜਤੀ ਨੂੰ ਭਜਾ ਦਿਓ ਤਾਂ ਕਿ ਫਿਰ ਕਾਰਪੋਰੇਟ ਆ ਜਾਣ। ਇਸ ਵਾਸਤੇ ਬਾਕੀ ਆਗੂ ਨਹੀਂ ਉਹ ਕਿਸੇ ਦੀ ਹੋ ਸਕਦੀ ਹੈ ਆਪਣੀ ਰਾਏ ਪਰ ਸਾਡੀ ਰਾਏ ਨਹੀਂ ਹੈ। ਅਸੀਂ ਸ਼ੁਰੂ ਤੋਂ ਇਹਦੇ ਵਿਰੋਧ ਕਰਦੇ ਸਿੱਧੀ ਅਦਾਇਗੀ ਨਹੀਂ ਹੋਣੀ ਹਾਂ। ਚਾਹੀਦੀ। ਬਿਲਕੁਲ ਬੜੇ ਪੱਕੇ ਤੌਰ ਤੇ। ਸੰਸਦ ਮਾਰਚ ਨੂੰ ਲੈ ਕੇ ਕੁਝ ਅੱਗੇ ਉਹ ਜਿਹੜਾ ਹੋਇਆ ਨਹੀਂ ਉਹ ਹਾਲੇ ਕੋਈ ਡੇਟ ਨਹੀਂ ਤੈਅ ਹੋਈ। ਇਹੀ ਤੈਅ ਹੋਇਆ ਵੀ ਮਾਰਚ ਕਰਨਾ ਹੈ, ਕਦੋਂ ਕਰਨਾ ਹੈ ਉਹਦੇ ਲਈ ਜਿਹੜਾ ਹੈਗਾ ਮੋਡੈਲਿਟੀ ਸਾਰੀਆਂ ਤੈਅ ਕਰਕੇ ਫਿਰ ਉਹ ਐਲਾਨ ਕਰਦੇ ਹਾਂ। ਜੀ 17 ਅਪ੍ਰੈਲ ਦੀ ਜਿਹੜੀ ਮੀਟਿੰਗ ਉਸ ਦੇ ਵਿੱਚ ਫੈਸਲਾ ਹੋ ਸਕਦਾ ਹੈ ਮਈ ਦੇ। ਨਹੀਂ ਇਹ ਅਸੀਂ ਡਿਸਕਸ ਕਰ ਰਹੇ ਹਾਂ। ਸਾਡਾ ਕੰਮ ਹੈ ਜੋ ਅਸੀਂ ਕਰੀ ਜਾਂਦੇ ਹਾਂ। ਅਸੀਂ ਤੁਹਾਨੂੰ ਤੁਹਾਡੇ ਰਾਹੀਂ ਉਹ ਲੋਕਾਂ ਕੋਲ ਪਹੁੰਚਾਉਣਾ। ਅਸੀਂ ਤੁਹਾਨੂੰ ਦੱਸਾਂਗੇ ਜਦੋਂ ਹੋ ਗਿਆ ਫੈਸਲਾ। ਹੋਰ ਦੱਸੋ। ਸੋ ਰੂਟ ਪਲਾਨ ਜਿਸ ਤਰ੍ਹਾਂ ਜੀ 26 ਜਨਵਰੀ ਦੀ ਗੱਲ ਕਰੀਏ ਤਾਂ ਰੂਟ ਪਲਾਨ 2-3 ਦਿਨ ਪਹਿਲਾਂ ਆਇਆ, ਉਹਦੇ ਕਰਕੇ ਕੁਝ ਨੁਕਸਾਨ ਵੀ ਹੋਇਆ। ਨਹੀਂ ਕੋਈ ਨਹੀਂ, ਉਹ ਚੀਜ਼ ਦਾ ਖਿਆਲ ਜ਼ਰੂਰ ਰੱਖਿਆ ਜਾਏਗਾ ਕਿ ਰੂਟ ਪਲਾਨ ਪਹਿਲਾਂ ਦੱਸ ਦਿੱਤਾ ਜਾਵੇ। ਜੋ ਪਿੱਛੇ ਗਲਤੀਆਂ ਹੋ ਗਈਆਂ ਸਾਰਾ ਦਾ ਧਿਆਨ ਰੱਖਿਆ ਜਾਏਗਾ ਔਰ ਸਾਰਾ ਬੜਾ ਕੁਝ ਡਿਸਕਸ ਕਰ ਰਹੇ ਹਾਂ। ਅਸੀਂ ਮੋਡੈਲਿਟੀਜ਼ ਡਿਸਕਸ ਕਰ ਰਹੇ ਹਾਂ। ਜੋ ਕੁਝ ਕਰਾਂਗੇ ਉਹ ਤੁਹਾਨੂੰ ਬਾਅਦ ਚ ਐਲਾਨ ਕਰ ਦੇਵਾਂਗੇ। ਅੱਜ ਦਾ ਜਿਹੜਾ ਰੋਡ ਜਾਮ ਕੀਤਾ ਗਿਆ ਇਹਨੂੰ ਲੈ ਕੇ ਜਿਹੜੀ ਐਂਬੂਲੈਂਸ ਜਾਂ ਕੋਈ ਵੀ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਉਹਨਾਂ ਦੀ ਰਸਤਾ ਨਹੀਂ ਉਹਨੂੰ ਕੋਈ ਪਾਬੰਦੀ ਨਹੀਂ। ਐਂਬੂਲੈਂਸ ਵਗੈਰਾ ਜਾਣਗੀਆਂ ਉਹਨਾਂ ਨੂੰ ਉਹਦੇ ਤੋਂ ਕੋਈ ਪਾਬੰਦੀ ਨਹੀਂ। ਅੱਜ ਲੱਖਾ ਸਦਾਨਾ ਕਿਹਾ ਜਾ ਰਿਹਾ ਸੀ ਕਿ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ। ਲੱਖੇ ਦੀ ਵਾਪਸੀ ਸੰਯੁਕਤ ਫੈਸਲਾ ਹੋ ਚੁੱਕਿਆ ਹੈ। ਇੱਕ ਮੈਨੂੰ ਦੱਸਿਓ, ਇਹ ਵਗਦਾ ਦਰਿਆ ਹੈ। ਵਗਦੇ ਦਰਿਆ 'ਚ ਕੋਈ ਇਧਰੋਂ ਆ ਕੇ ਡਿੱਗ ਪੈਂਦਾ ਵਿੱਚ ਪਾਣੀ 'ਚ, ਮੈਂ ਡੁਬਕੀ ਲਾ ਲਾ, ਕਹਿੰਦਾ ਮੈਂ ਡੁਬਕੀ ਲਾ ਲਾ, ਜਿਹੜਾ ਮਰਜੀ। ਨਹੀਂ ਪੋਸੀਬਲ ਨਹੀਂ। ਨਹੀਂ ਪੋਸੀਬਲ ਧੰਨਵਾਦ। ਕਹਿੰਦੀ ਰਹੀ ਹੈ ਹਰ ਅੰਦੋਲਨ ਨੂੰ ਕੁਛ ਨਾ ਕੁਛ ਕਹਿ ਕੇ ਆਨੇ ਬਹਾਨੇ ਸਾਨੂੰ ਖਾਲਿਸਤਾਨੀ ਵੀ ਕਿਹਾ ਗਿਆ। ਸਾਡੇ ਲਈ ਬੜੇ ਸਾਡੇ ਤੇ ਤੰਜ਼ ਕੱਸੇ ਗਏ ਪਰ ਇਹ ਅੰਦੋਲਨ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਗਿਆ। ਅਸੀਂ ਉਹਨਾਂ ਦੇ ਇਦਾਂ ਦੀਆਂ ਗੱਲਾਂ ਕਹਿਣ ਨਾਲ ਨਹੀਂ ਰਸਤੋਂ ਮਾਸ ਹੁੰਦੇ। ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਾਡੀ ਮੁੱਢਲੀ ਤੌਰ ਤੇ ਬੁਨਿਆਦੀ ਪਾਲਿਸੀ ਹੈ ਤੇ ਸਰਕਾਰ ਨੇ ਜੋ ਕਹਿਣਾ ਜੋ ਕਹੇ, ਪਰ ਉੱਠਾਂਗੇ ਉਦੋਂ ਜਦੋਂ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਗੇ, ਮੰਗਾਂ ਮੰਨ ਲੈਣਗੇ।
ਜਿਸ ਤਰ੍ਹਾਂ ਬੰਗਾਲ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੋਰਚੇ ਲਾਏ ਹੋਏ ਸੀ ਕਿ ਅੱਗੇ ਵੀ ਹੁਣ ਕਿਉਂਕਿ ਇਲੈਕਸ਼ਨ ਤਾਂ ਲਗਾਤਾਰ ਚੱਲ ਰਹੇ ਮੋਰਚੇ ਚੱਲ ਰਹੇ ਨੇ ਤੁਸੀਂ ਉਹ ਅੱਗੇ ਜਦੋਂ ਕਰਾਂਗੇ ਫੇਰ ਫੈਸਲਾ ਹੋਏਗਾ, ਤੁਹਾਨੂੰ ਦੱਸ ਦਿਆਂਗੇ। ਇਲੈਕਸ਼ਨ ਜਿਹੜੇ ਹੁਣ ਨਹੀਂ, ਹਾਲੇ ਉਹਦੇ ਫੈਸਲਾ ਕੋਈ ਨਹੀਂ ਹੋਇਆ। ਇਹ ਤਾਂ ਕਿਉਂਕਿ ਅਸੀਂ ਕੋਈ ਪੋਲੀਟੀਕਲ ਪਾਰਟੀ ਤਾਂ ਹਾਂ ਨਹੀਂ, ਅਸੀਂ ਉੱਥੇ ਕਿਸੇ ਇੱਕ ਪਾਰਟੀ ਦੀ ਸਪੋਰਟ ਕਰਨੀ ਗਏ ਹੋਏ। ਅਸੀਂ ਕਿਹਾ ਵੀ ਬੀਜੇਪੀ ਨੂੰ ਵੋਟ ਨਾ ਦਿਓ ਤਾਂ ਕਿ ਇਹਨਾਂ ਨੂੰ ਥੋੜੀ ਅਕਲ ਆ ਜਾਏ। ਜਿਹੜੇ ਫੇਸ ਦੇ ਵਿੱਚ ਵੋਟਾਂ ਹਲੇ ਪੈਂਡਿੰਗ ਨੇ ਉਸ ਫੇਸ 'ਚ ਜਾ ਕੇ ਵੀ ਇਹ ਅਪੀਲ ਕੀਤੀ ਜਾਏਗੀ। ਜਿੱਥੇ ਵੀ ਹੋ ਰਹੀਆਂ ਚੋਣਾਂ ਉੱਥੇ ਅਪੀਲ ਕਰ ਰਹੇ, ਜਾ ਕੇ ਬੰਦੇ ਜਾ ਰਹੇ ਨੇ ਸਾਰੇ। ਸਰਕਾਰ ਵੱਲੋਂ ਜਿਹੜਾ ਤੁਹਾਡੇ ਲਈ ਸਿੱਧੇ ਢੰਗ ਨਾਲ ਕਿਸਾਨਾਂ ਦੇ ਦਬਾਅ ਪਾਇਆ ਜਾ ਰਿਹਾ ਐਫਸੀਆਈ ਦਾ ਜਿਹੜਾ ਉਹਨਾਂ ਨੇ ਨਿਰਦੇਸ਼ ਸਿਫਾਰਿਸ਼ਾਂ ਕੀਤੀਆਂ ਨੇ ਨੇਮਾਂ 'ਚ ਬਦਲਾ ਦੀਆਂ ਤੇ ਹੋਰ ਜਿਹੜੇ ਸਿੱਧੀ ਅਦਾਇਗੀ ਨੂੰ ਲੈ ਕੇ ਆਵਾਜ਼ ਕਲੀਅਰ ਨਹੀਂ ਅਦਾਇਗੀ ਦਾ ਜਿਹੜਾ ਫੈਸਲਾ ਲਿਆ ਗਿਆ ਜੀ ਐਫਸੀਆਈ ਦਾ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਨੇ ਵੀ ਮੀਟਿੰਗਾਂ ਕਰ ਲਈਆਂ ਪਰ ਹੱਲ ਨਹੀਂ ਨਿਕਲ ਰਿਹਾ। ਅਸਲੀਅਤ ਇਹ ਹੈ ਵੀ ਸਰਕਾਰ ਪ੍ਰੋਕਿਉਰਮੈਂਟ ਤੋਂ ਭੱਜਣਾ ਚਾਹੁੰਦੀ ਹੈ। ਸਾਰਾ ਖੇਤੀ ਸੈਕਟਰ ਨੂੰ ਉਹ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਹ ਜਿੰਨੇ ਉਹ ਫੈਸਲੇ ਕਰ ਰਹੇ ਉਹਦੀ ਘੁੰਮਾ ਕੇ ਕੜੀ ਉੱਥੇ ਹੀ ਜਾ ਕੇ ਜੁੜਦੀ ਹੈ। ਕਦੇ ਉਹ ਸਪੈਸੀਫਿਕੇਸ਼ਨਾਂ ਟਾਈਟ ਕਰਨ ਦੀ ਗੱਲ ਕਰਦੇ ਆ, ਕਦੇ ਉਹ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਦੀ ਮੰਗ ਕਰਦੇ ਆ। ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਸਿਰਫ ਇਸ ਲਈ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਜਿਹੜਾ ਮੌਜੂਦਾ ਸਿਸਟਮ ਇਹਨੂੰ ਤੋੜ ਸਕਣ ਔਰ ਇਹਨੂੰ ਕਾਰਪੋਰੇਟਸ ਦੇ ਹਵਾਲੇ ਕਰ ਸਕਣ। ਸਰ ਕਹਿੰਦੇ ਆ ਕਿ ਜਿਹੜਾ ਨਰਿੰਦਰ ਮੋਦੀ ਹੈ ਪਾੜ ਪਾਉਣ ਦੀ ਨੀਤੀ ਕਰਦਾ ਹੈਗਾ, ਪਾੜ ਪਾਉ ਤੇ ਰਾਜ ਕਰੋ ਦੀ ਨੀਤੀ ਤੇ ਅਪਣਾਉਂਦਾ ਹੈਗਾ। ਔਰ ਜਿਸ ਤਰ੍ਹਾਂ ਇਹ ਫੈਸਲਾ ਲਿਆ ਗਿਆ ਲੱਗ ਰਿਹਾ ਨੇ ਕਿਤੇ ਵੀ ਆੜ੍ਹਤੀਆਂ ਔਰ ਕਿਸਾਨਾਂ ਦੇ ਵਿੱਚ ਇੱਕ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ, ਉਹ ਕਾਮਯਾਬ ਨਹੀਂ ਹੋਏਗਾ ਕਿਉਂਕਿ ਸਾਨੂੰ ਪਤਾ ਵੀ ਸਾਡੀ ਇੰਪੋਰਟੈਂਟ ਕੜੀ ਹੈ ਜਿਹੜਾ ਇਹ ਮਾਰਕੀਟਿੰਗ ਸਿਸਟਮ ਹੈ। ਪੰਜਾਬ ਔਰ ਹਰਿਆਣੇ ਦਾ ਜਿਹੜਾ ਮਾਰਕੀਟਿੰਗ ਸਿਸਟਮ ਹੈ ਦੁਨੀਆ ਦਾ ਬਿਹਤਰੀਨ ਮਾਰਕੀਟਿੰਗ ਸਿਸਟਮ ਹੈ। ਸਾਡੀ ਤਾਂ ਮੰਗ ਇਹ ਆ ਵੀ ਦੇਸ਼ ਵਿੱਚ 48,000 ਮੰਡੀਆਂ ਹੋਰ ਖੋਲੋ ਔਰ ਇਸੇ ਤਰ੍ਹਾਂ ਦਾ ਸਿਸਟਮ ਬਣਾਓ ਤਾਂ ਕਿ ਹਰ ਇੱਕ ਜਗ੍ਹਾ ਐਮਐਸਪੀ ਦਾ ਲਾਭ ਲੋਕਾਂ ਨੂੰ ਮਿਲ ਸਕੇ। ਕੁਝ ਕਿਸਾਨ ਆਗੂ ਇਸ ਤਰ੍ਹਾਂ ਦੇ ਜੀ ਬਿਆਨ ਆ ਰਹੇ ਸੀ ਕਿ ਜਿਹੜਾ ਇਹ ਫੈਸਲਾ ਸਹੀ ਹੈ ਪਰ ਗਲਤ ਸਮੇਂ ਤੇ ਲਿਆ ਗਿਆ ਹੈ। ਨਹੀਂ, ਮੈਂ ਨਹੀਂ ਕਹਿ ਸਕਦਾ ਕੀ ਉਹਨਾਂ ਨੇ ਕਿਹਾ। ਬੇਸਿਕਲੀ ਅਸੀਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ, ਇਹ ਕਾਨੂੰਨਾਂ ਨਾਲ ਲਿੰਕ ਕਰਦੇ ਨੇ, ਇਸ ਕਰਕੇ ਅਸੀਂ ਉਹਨਾਂ ਦੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਦੇ ਹਾਂ। ਸੰਸਦ ਮਾਰਚ ਨੂੰ ਲੈ ਕੇ ਸਿੱਧੀ ਅਦਾਇਗੀ ਹੋਣੀ ਚਾਹੀਦੀ ਹੈ ਜਾਂ ਗਲਤ ਹੈ ਜੀ, ਨਿੱਜੀ ਰਾਏ ਨਹੀਂ। ਇਹ ਸਾਰਾ ਮੰਡੀ ਤੋੜਨ ਦੀ ਪ੍ਰਕਿਰਿਆ ਹੈ। ਨਹੀਂ ਕੋਈ ਕੀ ਮੈਨੂੰ ਦੱਸੋ ਲਾਭ ਕੀ ਹੋਏਗਾ ਉਹਦੇ ਨਾਲ? ਸਿਰਫ ਇਹੀ ਹੈ ਵੀ ਆੜਤੀ ਨੂੰ ਭਜਾ ਦਿਓ ਤਾਂ ਕਿ ਫਿਰ ਕਾਰਪੋਰੇਟ ਆ ਜਾਣ। ਇਸ ਵਾਸਤੇ ਬਾਕੀ ਆਗੂ ਨਹੀਂ, ਉਹ ਕਿਸੇ ਦੀ ਹੋ ਸਕਦੀ ਹੈ ਆਪਣੀ ਰਾਏ, ਪਰ ਸਾਡੀ ਰਾਏ ਨਹੀਂ ਹੈ। ਅਸੀਂ ਸ਼ੁਰੂ ਤੋਂ ਇਹਦੇ ਵਿਰੋਧ ਕਰਦੇ ਕਿ ਸਿੱਧੀ ਅਦਾਇਗੀ ਨਹੀਂ ਹੋਣੀ ਚਾਹੀਦੀ। ਬਿਲਕੁਲ ਬੜੇ ਪੱਕੇ ਤੌਰ ਤੇ। ਸੰਸਦ ਮਾਰਚ ਨੂੰ ਲੈ ਕੇ ਕੁਝ ਅੱਗੇ ਉਹ ਜਿਹੜਾ ਹੋਇਆ ਨਹੀਂ, ਉਹ ਹਾਲੇ ਕੋਈ ਡੇਟ ਨਹੀਂ ਤੈਅ ਹੋਈ। ਇਹੀ ਤੈਅ ਹੋਇਆ ਵੀ ਮਾਰਚ ਕਰਨਾ ਹੈ, ਕਦੋਂ ਕਰਨਾ ਹੈ ਉਹਦੇ ਲਈ ਜਿਹੜਾ ਹੈਗਾ ਮੋਡੈਲਿਟੀ ਸਾਰੀਆਂ ਤੈਅ ਕਰਕੇ ਫਿਰ ਉਹ ਐਲਾਨ ਕਰਦੇ ਹਾਂ। ਜੀ 17 ਮਾਰਚ ਦੀ 17 ਅਪ੍ਰੈਲ ਦੀ ਜਿਹੜੀ ਮੀਟਿੰਗ ਉਸ ਦੇ ਵਿੱਚ ਫੈਸਲਾ ਹੋ ਸਕਦਾ ਹੈ ਮਈ ਦੇ। ਨਹੀਂ, ਇਹ ਅਸੀਂ ਡਿਸਕਸ ਕਰ ਰਹੇ ਹਾਂ। ਸਾਡਾ ਕੰਮ ਹੈ ਅਸੀਂ ਜੋ ਅਸੀਂ ਕਰੀ ਜਾਂਦੇ ਹਾਂ, ਅਸੀਂ ਤੁਹਾਨੂੰ ਤੁਹਾਡੇ ਰਾਹੀਂ ਉਹ ਲੋਕਾਂ ਕੋਲ ਪਹੁੰਚਾਉਣਾ। ਅਸੀਂ ਤੁਹਾਨੂੰ ਦੱਸਾਂਗੇ ਜਦੋਂ ਹੋ ਗਿਆ ਫੈਸਲਾ। ਹੋਰ ਦੱਸੋ। ਸੋ ਰੂਟ ਪਲਾਨ ਜਿਸ ਤਰ੍ਹਾਂ ਜੀ 26 ਜਨਵਰੀ ਦੀ ਗੱਲ ਕਰੀਏ ਤਾਂ ਰੂਟ ਪਲਾਨ 2-3 ਦਿਨ ਪਹਿਲਾਂ ਆਇਆ, ਉਹਦੇ ਕਰਕੇ ਕੁਝ ਨੁਕਸਾਨ ਵੀ ਹੋਇਆ। ਨਹੀਂ, ਕੋਈ ਨਹੀਂ। ਉਹ ਚੀਜ਼ ਦਾ ਖਿਆਲ ਜ਼ਰੂਰ ਰੱਖਿਆ ਜਾਏਗਾ ਕਿ ਰੂਟ ਪਲਾਨ ਪਹਿਲਾਂ ਦੱਸ ਦਿੱਤਾ ਜਾਵੇ। ਜੋ ਪਿੱਛੇ ਗਲਤੀਆਂ ਹੋ ਗਈਆਂ ਸਾਰਾ ਦਾ ਧਿਆਨ ਰੱਖਿਆ ਜਾਏਗਾ ਔਰ ਸਾਰਾ ਬੜਾ ਕੁਝ ਡਿਸਕਸ ਕਰ ਰਹੇ ਹਾਂ। ਅਸੀਂ ਮੋਡੈਲਿਟੀਜ਼ ਡਿਸਕਸ ਕਰ ਰਹੇ ਹਾਂ। ਜੋ ਕੁਝ ਕਰਾਂਗੇ ਉਹ ਤੁਹਾਨੂੰ ਬਾਅਦ ਚ ਐਲਾਨ ਕਰ ਦੇਵਾਂਗੇ। ਅੱਜ ਦਾ ਜਿਹੜਾ ਇਹ ਰੋਡ ਜਾਮ ਕੀਤਾ ਗਿਆ ਇਹਨੂੰ ਲੈ ਕੇ ਜਿਹੜੀ ਐਂਬੂਲੈਂਸ ਜਾਂ ਕੋਈ ਵੀ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਉਹਨਾਂ ਦੀ ਰਸਤਾ ਨਹੀਂ, ਉਹਨੂੰ ਕੋਈ ਪਾਬੰਦੀ ਨਹੀਂ। ਐਂਬੂਲੈਂਸ ਵਗੈਰਾ ਜਾਣਗੀਆਂ, ਉਹਨਾਂ ਨੂੰ ਉਹਦੇ ਤੇ ਕੋਈ ਪਾਬੰਦੀ ਨਹੀਂ। ਅੱਜ ਲੱਖਾ ਸਦਾਨਾ ਕਿਹਾ ਜਾ ਰਿਹਾ ਸੀਗਾ ਕਿ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ। ਲੱਖੇ ਦੀ ਵਾਪਸੀ ਸੰਯੁਕਤ ਫੈਸਲਾ ਹੋ ਚੁੱਕਿਆ ਹੈ। ਇੱਕ ਮੈਨੂੰ ਦੱਸਿਓ, ਇਹ ਵਗਦਾ ਦਰਿਆ ਹੈ। ਵਗਦੇ ਦਰਿਆ 'ਚ ਕੋਈ ਇਧਰੋਂ ਆ ਕੇ ਡਿੱਗ ਪੈਂਦਾ ਵਿੱਚ ਪਾਣੀ 'ਚ, ਮੈਂ ਡੁਬਕੀ ਲਾ ਲਾ, ਕਹਿੰਦਾ ਮੈਂ ਡੁਬਕੀ ਲਾ ਲਾ, ਜਿਹੜਾ ਮਰਜੀ। ਨਹੀਂ ਪੋਸੀਬਲ ਨਹੀਂ ਪੋਸੀਬਲ ਜੀ। ਧੰਨਵਾਦ। ਯਾਰ ਆਪਦੇ ਫੜ ਕਹਿੰਦੀ ਰਹੀ ਹੈ ਹਰ ਅੰਦੋਲਨ ਨੂੰ ਕੁਛ ਨਾ ਕੁਛ ਕਹਿ ਕੇ ਆਨੇ ਬਹਾਨੇ ਸਾਨੂੰ ਖਾਲਿਸਤਾਨੀ ਵੀ ਕਿਹਾ ਗਿਆ। ਸਾਡੇ ਲਈ ਬੜੇ ਸਾਡੇ ਤੇ ਤੰਜ਼ ਕੱਸੇ ਗਏ, ਪਰ ਇਹ ਅੰਦੋਲਨ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਗਿਆ। ਅਸੀਂ ਉਹਨਾਂ ਦੇ ਇਦਾਂ ਦੀਆਂ ਗੱਲਾਂ ਕਹਿਣ ਨਾਲ ਨਹੀਂ ਰਸਤੋਂ ਮਸ ਹੁੰਦੇ। ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਾਡੀ ਮੁੱਢਲੀ ਤੌਰ ਤੇ ਬੁਨਿਆਦੀ ਪਾਲਿਸੀ ਹੈ ਤੇ ਸਰਕਾਰ ਨੇ ਜੋ ਕਹਿਣਾ ਜੋ ਕਹੇ, ਪਰ ਉੱਠਾਂਗੇ ਉਦੋਂ ਜਦੋਂ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਗੇ, ਮੰਗਾਂ ਮੰਨ ਲੈਣਗੇ। ਬੰਗਾਲ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੋਰਚੇ ਲਾਏ ਹੋਏ ਸੀ ਕਿ ਅੱਗੇ ਵੀ ਹੁਣ ਕਿਉਂਕਿ ਲਗਾਤਾਰ ਚੱਲ ਰਹੇ ਮੋਰਚੇ ਚੱਲ ਰਹੇ ਨੇ ਤੁਸੀਂ ਉਹ ਅੱਗੇ ਜਦੋਂ ਕਰਾਂਗੇ ਫੇਰ ਫੈਸਲਾ ਹੋਏਗਾ, ਤੁਹਾਨੂੰ ਦੱਸ ਦਿਆਂਗੇ। ਜਿਹੜੇ ਹੁਣ ਨਹੀਂ, ਹਾਲੇ
ਤੇ ਫੈਸਲਾ ਕੋਈ ਨਹੀਂ ਹੋਇਆ। ਇਹ ਤਾਂ ਕਿਉਂਕਿ ਅਸੀਂ ਕੋਈ ਪੋਲੀਟੀਕਲ ਪਾਰਟੀ ਤਾਂ ਹਾਂ ਨਹੀਂ ਤੇ ਕਿਸੇ ਇੱਕ ਪਾਰਟੀ ਦੀ ਸੁਪਰ ਨਹੀਂ ਗਏ ਹੋਏ। ਅਸੀਂ ਕਿਹਾ ਵੀ ਬੀਜੇਪੀ ਨੂੰ ਵੋਟ ਨਾ ਦਿਓ ਤਾਂ ਕਿ ਇਹਨਾਂ ਨੂੰ ਥੋੜੀ ਅਕਲ ਆ ਜਾਏ। ਜਿਹੜੇ ਫੇਸ ਦੇ ਵਿੱਚ ਵੋਟਾਂ ਹਲੇ ਪੈਂਡਿੰਗ ਨੇ ਉਸ ਫੇਸ 'ਚ ਜਾ ਕੇ ਵੀ ਇਹ ਅਪੀਲ ਕੀਤੀ ਜਾਏਗੀ। ਜਿੱਥੇ ਵੀ ਹੋ ਰਹੀਆਂ ਚੋਣਾਂ ਉੱਥੇ ਅਪੀਲ ਕਰ ਰਹੇ ਜਾ ਕੇ ਬੰਦੇ ਜਾ ਰਹੇ ਨੇ ਸਾਰੇ। ਸਰਕਾਰ ਵੱਲੋਂ ਜਿਹੜਾ ਤੁਹਾਡੇ ਲਈ ਢੰਗ ਨਾਲ ਕਿਸਾਨਾਂ ਦੇ ਦਬਾਅ ਪਾਇਆ ਜਾ ਰਿਹਾ ਐਫਸੀਆਈ ਦਾ ਜਿਹੜਾ ਉਹਨਾਂ ਨੇ ਨਿਰਦੇਸ਼ ਸਿਫਾਰਿਸ਼ਾਂ ਕੀਤੀਆਂ ਨੇ ਨਿਯਮਾਂ 'ਚ ਬਦਲਾਅ ਦੀਆਂ ਤੇ ਹੋਰ ਜਿਹੜੇ ਸਿੱਧੀ ਅਦਾਇਗੀ ਨੂੰ ਲੈ ਕੇ ਆਵਾਜ਼ ਕਲੀਅਰ ਨਹੀਂ ਦਾ ਜਿਹੜਾ ਫੈਸਲਾ ਲਿਆ ਗਿਆ ਜੀ ਉਸ ਚੀਜ਼ ਨੂੰ